ਅਸੀਂ ਗੱਲ ਕਰਨਾ ਚਾਹਾਂਗੇ ਪॉक्सो बारे एंड ग्रीफ काउंसलिंग बारे। देखो पॉक्सो एक ऐसी टेक्निकल टर्म है जो ज़्यादातर पुलिस ऑफिसर्स या लीगल ਉਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਪॉक्सो ਦੇ ਜੋ ਵਿਕਟਿਮ ਹੈ ਉਹਨਾਂ ਨੂੰ ਕਦੀ ਵੀ ਪੁਲਿਸ ਸਟੇਸ਼ਨ ਨਹੀਂ ਬੁਲਾਇਆ ਜਾ ਸਕਦਾ। ਮਗਰ ਮੈਂ ਕੁਝ ਸਾਲ ਪਹਿਲਾਂ ਇਹ ਸਵਾਲ ਚੁੱਕਿਆ ਕਿ ਕੋਰਟ ਕਚਹਿਰੀ ਤਾਂ ਹੋ ਰਹੀ ਹੈ, ਮਗਰ ਉਹਦੇ ਇਲਾਵਾ ਜੋ ਵਿਕਟਿਮ ਔਰ ਉਹਦੀ ਫੈਮਿਲੀ ਹੈ ਉਹਦੇ ਦਿਲ ਔਰ ਦਿਮਾਗ ਤੇ ਕੀ ਗੁਜ਼ਰ ਰਹੀ ਹੈ। देखो सब तो जो यंगेस्ट बच्चा है ਜਿਹਦੇ ਨਾਲ ਮੈਂ ਡੀਲ ਕੀਤਾ ਹੈ, ਸ਼ੀ ਵਾਸ ਤਕਰੀਬਨ 2 ਇਅਰਸ 올ਡ। ਉਹਦਾ ਰਿਸ਼ਤੇ 'ਚ ਜੀਜਾ ਲੱਗਦਾ ਸੀ, ਹੀ ਵਾਸ ਅਰਾਊਂਡ 25 অর ਸਮਥਿੰਗ। 2 ਸਾਲ ਦੇ ਬੱਚੇ ਨੂੰ ਕੀ ਕਨਸੈਪਟ ਹੈ ਇਹਨਾਂ 'ਚ। ਔਰ ਉਸ ਬ੍ਰਦਰ ਇਨ ਲਾਅ ਨੇ ਉਹਦੀ ਬਾਡੀ ਨੂੰ ਇਸ ਤਰ੍ਹਾਂ ਨਾਲ ਅਸੌਲਟ ਕੀਤਾ ਸੀ ਕਿ ਉਹਦਾ ਯੂਟਰਸ ਬਾਹਰ ਕੱਢਤਾ ਸੀ। ਛੋਟੀ ਏਜ ਤੁਸੀਂ ਮੈਨੂੰ ਦੱਸੀ 2 ਇਅਰਸ, ਵੱਡੀ ਤੋਂ ਵੱਡੀ ਏਜ ਦੀ ਕੋਈ ਲੇਡੀ ਜਾਂ ਕੋਈ ਮੈਨ बुलवाओ भी ना 90 इयर्स। अगर फादर अपनी डॉटर ਨੂੰ ਰੇਪ ਕਰੇ, ਬ੍ਰਦਰ ਆਪਣੀ ਸਿਸਟਰ ਨੂੰ ਰੇਪ ਕਰੇ, ਇਹਦੇ ਚ ਪਰਿਵਾਰ ਦਾ ਸ਼ਬਦ ਕਿੱਥੇ ਆ ਗਿਆ ਦੱਸੋ ਮੈਨੂੰ। ਔਰ ਜਦੋਂ ਆਪਣੀ ਮਦਰ ਕੋਲ ਗਈ ਉਹਨੂੰ ਇਹ ਕਿਹਾ ਗਿਆ ਕਿ ਤੇਰੇ ਦਾਦਾ ਜੀ ਮੈਨੂੰ ਹੀ 5 ਸਾਲ ਤੋਂ ਰੇਪ ਕਰਦਾ। ਕੋਵਿਡ ਦਾ ਤਾਂ ਇੱਕ ਸਭ ਤੋਂ ਖਤਰਨਾਕ ਚੀਜ਼ ਜੋ ਕੋਈ ਮੈਂਸ਼ਨ ਨਹੀਂ ਕਰਦਾ, ਉਹ ਮੈਂ ਤੁਹਾਡੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੂੰਗੀ। ਆਨਲਾਈਨ ਐਜੂਕੇਸ਼ਨ बड़ी अच्छी गल सी, बच्चों के 2 साल वेस्ट नहीं होए, मोबाइल दिते गए, होमवर्क करते सी, सब कुछ करते सी, पर असी 24 घंटे न्याणे नाल तां नहीं बैठे। साडी ते गालियां भी मां भैन दियां, भरा भैन प्यो दी तो कोई गाल ही नहीं है। ते असी बाई डिफॉल्ट अपनी कुड़ियां नूं खत्म कीता होया। तो हुद्दी फाउंडेशन बारे, औरत बारे, व्हाट इज औरत एंड व्हाई डिड यू स्टार्ट? ओके, औरत इज ऑल यूनाइटेड अगेंस्ट रेप, असॉल्ट एंड ट्रॉमा। मैरिटल रेप बारे की कहना चाहूँ? मैं कहनी है कंप्लेंट होनी चाहिए। तुसी विआह कीता, तुसी खरीदता नहीं दिया किसी ਨੂੰ। ਕੋਈ ਇਹੋ ਜਿਹਾ ਕੇਸ ਜਿਹਦੇ ਵਿੱਚ ਕੋਈ ਮੁੰਡਾ ਤੁਹਾਡੇ ਕੋਲ ਆਇਆ ਹੋਵੇ? बॉयज रेपिंग बॉयज, ये कॉन्सेप्ट लोग निगलने को तैयार नहीं है, पर ये है। That's true. हाँ जी, हाई प्रोफाइल केसेस बाहर आ पाਉਂਦੇ ਨੇ? नहीं आंदे। सबसे कॉमन एग्जांपल आलिया भट्ट इन हाईवे, यस, उसमें इंसेस्ट मतलब उन्होंने डिपिक्ट किया है भी चाचे ताए घर दे फैमिली मैंबर्स, फैमिली फ्रेंड्स, जिनको सबसे ईजी एक्सेस होता है कि भी हाँ आ बच्चा रोज सानू मिलता है। बहुत सारे सैक्चुअल जो एनकाउंटर्स हैं वो इंस्टाग्राम के थ्रू होते हैं भी इफ यू लव मी आई वांट टू सी यू। वो सी यू तो बाद फिर ब्लैकमेल चालू। इंडिया च एक रूल है 0 FIR, यानी आप अगर जे तुसी दिल्ली दे रहने वाले हो और तुहाडे नाल चंडीगढ़ च एक घटना हो जाती है रैंडमली, तो चंडीगढ़ के किसी भी पुलिस स्टेशन च जाके तुसी FIR करा दो। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਸੋਨਾਲੀ ਤੇ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਆਲਾ ਦਾ ਡਿਜੀਟਲ ਪਲੇਟਫਾਰਮ ਸਾਡੇ ਆਲਾ ਟੀਵੀ। ਤੇ ਇਸ ਟਾਈਮ ਅਸੀਂ ਆਲਮੋਸਟ ਰੋਜ਼ ਹੀ ਤੁਹਾਨੂੰ ਇਦਾਂ ਦੇ ਲੋਕਾਂ ਨਾਲ ਰੂਬਰੂ ਕਰਾਉਂਦੇ ਆ ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਕੰਟਰੀਬਿਊਸ਼ਨ ਸੋਸਾਇਟੀ ਦੇ ਵਿੱਚ ਹੈ। ਉਹ ਲੋਕ ਜਿਹੜੇ ਕਿ ਕਿਸੇ ਦਾ ਦੁੱਖ ਦੇਖਦੇ ਹੈ ਤਾਂ ਰੁਕਦੇ ਹੈ, ਸੋਚਦੇ ਹੈ ਕਿ ਇਹਨਾਂ ਲਈ ਕੀ ਕੀਤਾ ਜਾਵੇ। ਸੋ ਇਦਾਂ ਦੇ ਬਹੁਤ ਸਾਰੇ ਲੋਕਾਂ ਤੋਂ ਬਾਅਦ ਅੱਜ ਇੱਕ ਹੋਰ ਸ਼ਖਸੀਅਤ ਮੇਰੇ ਨਾਲ ਹੈ ਜਿਨ੍ਹਾਂ ਨੇ ਸੋਸਾਇਟੀ ਲਈ ਬਹੁਤ ਕੁਝ ਕੀਤਾ ਹੈ। ਆਈ ਥਿੰਕ ਬਹੁਤ ਸਾਲਾਂ ਤੋਂ ਪਰਸਨਲੀ ਮੈਂ ਵੀ ਉਹਨਾਂ ਨੂੰ ਜਾਣਦੀ ਹਾਂ ਐਂਡ ਆਈ ਥਾਟ ਕਿ ਕਿਉਂ ਨਾ ਨਿਊਜ਼ੀਲੈਂਡ ਵਿੱਚ ਬੈਠੇ ਪੰਜਾਬੀਆਂ ਨੂੰ ਇਹਨਾਂ ਨਾਲ ਰੂਬਰੂ ਕਰਾਇਆ ਜਾਵੇ। ਸੋ ਅੱਜ ਮੇਰੇ ਨਾਲ ਸ਼ੋਅ 'ਤੇ ਨੇ ਪॉक्सो ਗ੍ਰੀਫ ਕਾਉਂਸਲਰ ਰੇਨੂ ਮਾਤੁਰਸ਼ੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸੋ ਥੈਂਕ ਯੂ ਸੋ ਮਚ, ਜਿੰਨਾ ਮੈਂ ਤੁਹਾਨੂੰ ਜਾਣਦੀ ਹਾਂ ਇੰਨੇ ਸਾਲਾਂ ਤੋਂ ਤੁਸੀਂ ਲੱਗੇ ਹੋਏ ਹੋ ਐਂਡ ਯੂ ਆਰ ਡੂਇੰਗ ਗ੍ਰੇਟ। ਬਟ ਸਭ ਤੋਂ ਪਹਿਲਾਂ ਅਸੀਂ ਗੱਲ ਕਰਨਾ ਚਾਹਾਂਗੇ ਪॉक्सो ਬਾਰੇ ਐਂਡ ਗ੍ਰੀਫ ਕਾਉਂਸਲਿੰਗ ਬਾਰੇ। ਆਈ ਥਿੰਕ ਰੇਅਰ ਹੈ ਇੰਡੀਆ ਦੇ ਵਿੱਚ ਕਿ ਹੈ ਹੀ नहीं है। देखो पॉक्सो एक ऐसी टेक्निकल टर्म है जो ज़्यादातर पुलिस ऑफिसर्स या लीगल ਉਹਦੇ ਵਿੱਚ यूज़ ਕੀਤੀ ਜਾਂਦੀ ਹੈ ਜੀ, ਪਰ ਇਹਦੀ ਫੁੱਲ ਫਾਰਮ ਹੈ ਪ੍ਰੋਟੈਕਸ਼ਨ ਆਫ ਚਿਲड्रन ਫਰਮ ਸੈਕਸ਼ੂਅਲ ਆਫੈਂਸਸ। यानी 18 साल तो घट उम्र ਦੇ ਜਿਹੜੇ ਵੀ ਮੁੰਡੇ ਜਾਂ ਕੁੜੀਆਂ ਹੈ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸੈਕਸ਼ੂਅਲ ਅਟੈਕ ਹੁੰਦਾ ਹੈ, ਕੁੜੀ ਦੇ ਕੱਪੜਿਆਂ ਤੋਂ ਦੁਪੱਟਾ ਹਟਾਉਣ ਤੋਂ ਲੈ ਕੇ ਐਕਚੁਅਲ ਰੇਪ, ਇਹ ਸਾਰੀ ਡਿਫਰੈਂਟ ਕੈਟਾਗਰੀ ਵਿੱਚ ਪॉक्सो ਚ ਆਉਂਦਾ ਹੈ।
ਔਰ ਉਹਦੇ ਅਨੁਸਾਰ ਜੋ ਵਿਕਟਿਮ ਹੁੰਦੀ ਹੈ ਉਹਦਾ ਨਾਮ ਕਦੀ ਵੀ ਡਿਸਕਲੋਜ਼ ਨਹੀਂ ਕੀਤਾ ਜਾਂਦਾ, ਨਾ ਡਾਕੂਮੈਂਟਸ ਨਾ ਮੀਡੀਆ ਤੇ ਤਾਂ ਗੈਗ ਹੀ ਹੈ ਕਿ ਨਹੀਂ ਦੱਸਣਾ ਹੀ ਨਹੀਂ ਨਾਮ। ਦੱਸਣਾ ਹੀ ਨਹੀਂ। ਤੇ ਦੂਸਰੀ ਚੀਜ਼ ਇਹ ਹੈ ਕਿ ਪੋਕਸੋ ਦੇ ਜੋ ਵਿਕਟਿਮ ਹੈ ਉਹਨਾਂ ਨੂੰ ਕਦੀ ਵੀ ਪੁਲਿਸ ਸਟੇਸ਼ਨ ਨਹੀਂ ਬੁਲਾਇਆ ਜਾ ਸਕਦਾ। ਹਾਂਜੀ, ਉਹ ਇਲੀਗਲ ਹੈ। ਤੇ ਜੋ ਇਨਵੈਸਟੀਗੇਟਿੰਗ ਪੁਲਿਸ ਆਫਿਸਰ ਹੈ ਉਹਨੂੰ ਵੀ ਵਿਕਟਿਮ ਦੇ ਜਾਂ ਘਰ ਜਾਣਾ ਹੈ ਜਾਂ ਉਹਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਉਹ ਯੂਨੀਫਾਰਮ 'ਚ ਨਹੀਂ ਜਾ ਸਕਦੇ, ਉਹਨਾਂ ਨੂੰ ਸਿਵਲ ਕੱਪੜਿਆਂ 'ਚ ਹੀ ਜਾਣਾ ਹੁੰਦਾ ਹੈ। ਉਹਦੇ ਘਰ ਜਾਓ, ਉਹਨੂੰ ਵਿਜ਼ਿਟ ਕਰੋ, ਬੱਚਾ ਕੰਫਰਟੇਬਲ ਫੀਲ ਕਰੇ, ਉਸ ਤੋਂ ਬਾਅਦ ਉਹਦੇ ਨਾਲ ਆਰਾਮ ਨਾਲ ਗੱਲਬਾਤ ਕਰੋ, ਕਿਉਂਕਿ ਡਰ ਕੇ ਯੂਨੀਫਾਰਮ ਦੇਖ ਕੇ ਜਾਂ ਕੋਈ ਵੀ ਬੱਚੇ ਨੂੰ ਉਹ ਦਹਿਸ਼ਤ ਦਿਖਾ ਕੇ ਬਿਲਕੁਲ ਬੱਚੇ ਨੂੰ ਫਿਰ ਉਹ ਬੱਚਾ ਤੁਹਾਨੂੰ ਦੱਸੇਗਾ ਹੀ ਨਹੀਂ ਉਹਦੇ ਨਾਲ ਹੋਇਆ ਕੀ ਹੈ। ਤੇ ਜੋ ਤੁਸੀਂ ਗ੍ਰੀਫ ਕਾਉਂਸਲਰ ਵਰਡ ਯੂਜ਼ ਕੀਤਾ, ਇਹ ਸ਼ੁਰੂ ਹੋਇਆ ਕਨਸੈਪਟ ਮੇਰਾ ਹਰਿਆਣਾ ਪੁਲਿਸ ਦੇ ਨਾਲ। ਉਹ ਐਦਾਂ ਹੈ ਕਿ ਜਿੱਦਾਂ ਕੋਈ ਰੇਪ ਦਾ ਜਾਂ ਈਵਨ ਘਰੇਲੂ ਹਿੰਸਾ ਦਾ ਕੋਈ ਵੀ ਜੇ ਵਿਕਟਿਮ ਹੈ, ਇਨਵੈਸਟੀਗੇਸ਼ਨ ਹੁੰਦੀ ਹੈ, ਚਲਾਨ ਫਾਈਲ ਹੁੰਦਾ ਹੈ, ਕੋਰਟ ਵਿੱਚ ਫਾਈਲ ਚਲੀ ਜਾਂਦੀ ਹੈ, ਵਿਟਨੈਸਸ ਔਰ ਇਹ ਸਾਰੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ। ਮਗਰ ਮੈਂ ਕੁਝ ਸਾਲ ਪਹਿਲਾਂ ਇਹ ਸਵਾਲ ਚੁੱਕਿਆ ਕਿ ਕੋਰਟ ਕਚਹਿਰੀ ਤਾਂ ਹੋ ਰਹੀ ਹੈ, ਮਗਰ ਉਹਦੇ ਇਲਾਵਾ ਜੋ ਵਿਕਟਿਮ ਔਰ ਉਹਦੀ ਫੈਮਿਲੀ ਹੈ ਉਹਦੇ ਦਿਲ ਔਰ ਦਿਮਾਗ ਤੇ ਕੀ ਗੁਜ਼ਰ ਰਹੀ ਹੈ, ਬਿਲਕੁਲ ਉਹਦਾ ਕੀ ਮਤਲਬ ਕੋਈ ਸਿਸਟਮ ਹੀ ਨਹੀਂ ਹੈ ਸਾਡੀ ਕੰਟਰੀ 'ਚ। ਤੁਸੀਂ ਦੂਸਰੀ ਕੰਟਰੀ 'ਚ ਜਾਓ, ਈਵਨ ਹਸਪੀਟਲ 'ਚ ਜਿੱਦਾਂ ਕੋਈ ਪੇਸ਼ੈਂਟ ਕੋਮਾ 'ਚ ਹੈ ਜਾਂ ਐਕਸੀਡੈਂਟ ਹੈ ਜਾਂ ਕੁਝ ਵੀ ਹੈ, ਤੇ ਉੱਥੇ ਟਰਾਮਾ ਕਾਉਂਸਲਰਸ ਹੁੰਦੇ ਆ ਜੋ ਤੁਹਾਨੂੰ ਗਾਈਡ ਕਰਦੇ ਆ ਵੀ ਐਦਾਂ ਹੈ, ਇਹਦੇ ਨਾਲ ਤੁਸੀਂ ਐਦਾਂ ਡੀਲ ਕਰੋ। ਮਗਰ ਇੰਡੀਆ 'ਚ ਖਾਸਕਰ ਜੋ ਐਵਰੇਜ ਸਿਟੀਜ਼ਨ ਜੋ ਅਫੋਰਡ ਨਹੀਂ ਕਰ ਸਕਦਾ ਇਹ ਚੀਜ਼ਾਂ, ਦੇਖੋ ਜੋ ਫਾਈਨੈਂਸ਼ੀਅਲੀ ਸਟਰੋਂਗ ਹੈ ਉਹ ਤਾਂ ਸਾਈਕੈਟਰਿਸਟ ਜਾਂ ਸਾਈਕੋਲੋਜਿਸਟ ਨਾਲ ਸੈਸ਼ਨਸ ਪੇ ਕਰਕੇ ਲੈ ਲਏਗਾ, ਮਗਰ ਜੋ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਹੈ ਉਹ ਕਿੱਥੇ ਜਾਣਗੇ। ਬਿਲਕੁਲ ਫਿਰ ਉਹ ਬੱਚੇ ਫਿਰ ਵਿਦਾਊਟ ਕਾਉਂਸਲਿੰਗ ਔਰ ਇਮੋਸ਼ਨਲ ਸਪੋਰਟ, ਉਹ ਜੋ ਬੱਚੇ ਹੈ ਉਹ ਫਿਰ ਡਰੱਗਸ, ਪ੍ਰੋਸਟੀਟਿਊਸ਼ਨ, ਰਿਪੀਟਡ ਸੈਕਸ਼ੂਅਲ ਰਿਲੇਸ਼ਨਸ਼ਿਪਸ, ਉਹ ਫਿਰ ਉਹਨਾਂ ਦੀ ਡਾਇਰੈਕਸ਼ਨ ਹੀ ਗਲਤ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਕਿਸੇ ਪੁਆਇੰਟ ਤੇ ਕੋਈ ਗਾਈਡ ਹੀ ਨਹੀਂ ਕਰਦਾ ਕੀ ਸੱਚ ਹੈ ਔਰ ਕੀ ਸਹੀ ਹੈ ਔਰ ਕਿਸ ਤਰੀਕੇ ਨਾਲ ਤੁਸੀਂ ਅੱਗੇ ਚੱਲੋ। ਤਾਂ ਤੁਸੀਂ ਕਿਉਂ ਇਹ ਸ਼ੁਰੂ ਕੀਤਾ? ਕੋਈ ਇੱਦਾਂ ਦਾ ਇਨਸੀਡੈਂਟ ਹੋਇਆ ਜਾਂ ਫਿਰ ਮੈਂ ਤੁਹਾਨੂੰ ਬੜੇ ਫਰੈਂਕਲੀ ਪੁੱਛਣਾ ਚਾਹੁੰਦੀ ਹਾਂ ਵੀ ਤੁਹਾਡੇ ਨਾਲ ਬਚਪਨ ਦੇ ਵਿੱਚ ਜਾਂ ਅਡਲਟਹੁੱਡ ਦੇ ਵਿੱਚ ਕੁਝ ਇਹੋ ਜਿਹਾ ਹੋਇਆ? ਐਕਚੁਅਲੀ ਮੇਰੇ ਨਾਲ ਨਹੀਂ, ਮੈਂ ਬਹੁਤ ਲੋਕਾਂ ਨਾਲ ਆਪਣੀ ਕਾਲਜ 'ਚ ਵੀ ਮੈਂ ਬਿਕੋਜ਼ ਸਾਡੀ ਯੂਨੀਵਰਸਿਟੀ ਇੱਕ ਕੋਐਡ ਯੂਨੀਵਰਸਿਟੀ ਸੀ ਐਂਡ ਉਸ ਜ਼ਮਾਨੇ 'ਚ 30-40 ਸਾਲ ਪਹਿਲਾਂ ਗਰਲਸ ਦਾ ਨੰਬਰ ਯੂਨੀਵਰਸਿਟੀ 'ਚ ਬਹੁਤ ਘੱਟ ਸੀ ਤੇ ਉਹ ਹਮੇਸ਼ਾ ਡਰ 'ਚ ਜਿੰਦੀਆਂ ਸੀਗੀਆਂ, ਤੇ ਮੁੰਡੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਪਰੇਸ਼ਾਨ, ਕਾਫੀ ਪਰਸੈਂਟੇਜ ਮੁੰਡਿਆਂ ਦੀ ਸੀ ਜੋ ਹੈਰੈਸਮੈਂਟ ਕਰਦੀ ਸੀ। ਔਰ ਮੈਂ ਬਹੁਤ ਕੁੜੀਆਂ ਨੂੰ, ਬਹੁਤ ਈਵਨ ਸਕੂਲ ਦੇ ਬੱਚਿਆਂ ਨੂੰ ਵੀ ਇਕੱਲੇ ਬਹਿ ਕੇ ਰੋਂਦੇ ਦੇਖਿਆ। ਤੇ ਜਾਂ ਤਾਂ ਪਰਮਾਤਮਾ ਦਾ ਆਸ਼ੀਰਵਾਦ ਹੈ ਜਾਂ ਕੁਝ ਕਹਿ ਲਓ, ਮੇਰੀ ਸ਼ੁਰੂ ਤੋਂ ਇੱਕ ਹੈਬਿਟ ਹੈ, ਨੇਚਰ ਹੈ ਕਿ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਦੇਖ ਸਕਦੀ। ਇਹ ਜੋ ਤੁਸੀਂ ਮੈਨੂੰ ਇੰਨੇ ਟਾਈਮ ਤੋਂ ਜਾਣਦੇ ਹੋ, ਇਹ ਤਾਂ ਤੁਸੀਂ ਵੀ ਦੇਖਿਆ। ਮਤਲਬ ਕੋਈ ਰੈਂਡਮ ਬੰਦਾ ਵੀ ਜੇ ਪਰੇਸ਼ਾਨ ਹੈ ਔਰ ਮੇਰੀ ਹੈਲਪ ਮੰਗੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਬੈਸਟ ਮੈਂ ਕਰ ਸਕਦੀ ਹਾਂ ਕਰਦਾ। ਤੇ ਉਹੀ ਗ੍ਰੀਫ ਦਾ ਕਨਸੈਪਟ ਫਿਰ ਇੱਕ ਆਫੀਸ਼ੀਅਲ ਤਰੀਕੇ ਨਾਲ ਜੋ ਕਰਨ ਦਾ ਸੀਗਾ, ਫਿਰ ਮੇਰੀ ਜੋ ਕਮਿਊਨੀਕੇਸ਼ਨ ਹੋਈ ਹਰਿਆਣਾ ਪੁਲਿਸ ਦੇ ਬਹੁਤ ਸੀਨੀਅਰ ਆਈਪੀਐਸ ਆਫਿਸਰ ਨਾਲ, ਉਹਨਾਂ ਨੂੰ ਇਹ ਇੰਨਾ ਵਧੀਆ ਲੱਗਾ ਕਨਸੈਪਟ ਕਿ ਉਹਨਾਂ ਨੇ ਇੱਕ ਪ੍ਰੋਪਰ ਇੱਕ ਆਈਡੀਆ ਪਿਚ ਕੀਤਾ ਔਰ ਇਸ ਚੀਜ਼ ਨੂੰ ਪ੍ਰੈਕਟੀਕਲ ਫਾਰਮ ਦਿੱਤੀ ਗਈ। ਔਰ ਪੰਚਕੂਲਾ 'ਚ ਜੋ ਵੂਮਨ ਪੁਲਿਸ ਸਟੇਸ਼ਨ ਹੈ ਉੱਥੇ ਮੈਂ ਜੋ ਪੌਕਸੋ ਦੇ ਵਿਕਟਿਮ ਸੀ ਉਹਨਾਂ ਨਾਲ ਮੈਂ ਡੀਲ ਕਰਨਾ ਸ਼ੁਰੂ ਕੀਤਾ ਸੀ। ਓਕੇ, ਸੋ ਕਿਉਂਕਿ ਤੁਹਾਡੀ ਨੇਚਰ ਵੀ ਹੈਗੀ, ਤੁਸੀਂ ਬੜੇ ਆਊਟਸਪੋਕਨ ਹੋ, ਹੈ ਨਾ, ਸੋ ਜਿਹੜੇ ਲੋਕੀ ਇਹੋ ਜਿਹੇ ਹੁੰਦੇ ਨੇ, ਦੇ ਆਟੋਮੈਟਿਕਲੀ ਹੈਵ ਸਮਥਿੰਗ ਲਾਈਕ ਦੇ ਕਾਉਂਸਲ ਨਾਈਸਲੀ, ਹੈ ਨਾ, ਸੋ ਉਹ ਆਟੋਮੈਟਿਕਲੀ ਚੀਜ਼ ਸੀਗੀ ਤਾਂ ਕਾਉਂਸਲਿੰਗ ਵੱਲ ਗਏ ਜਾਂ ਫਿਰ ਖੁਦ ਵੀ ਤੁਸੀਂ ਕੁਝ ਟ੍ਰੇਨਿੰਗ ਲਈ? ਬਿਕਾਜ਼ ਇੰਡੀਆ ਦੇ ਵਿੱਚ ਜਦੋਂ ਕਨਸੈਪਟ ਹੀ ਨਹੀਂ ਹੈ ਤਾਂ ਟ੍ਰੇਨਿੰਗ ਕਿੱਥੋਂ ਹੋਊਗੀ? ਐਗਜ਼ੈਕਟਲੀ, ਤੁਸੀਂ ਆਪਣੀ ਸਵਾਲ ਦਾ ਖੁਦ ਹੀ ਜਵਾਬ ਦਿੱਤਾ। ਹਾਂ ਜਦ ਇੰਡੀਆ 'ਚ ਕਨਸੈਪਟ ਹੀ ਨਹੀਂ ਹੈ, ਹਾਂ ਇੰਡੀਆ 'ਚ ਥਾਟ ਹੀ ਨਹੀਂ ਹੈ ਕਿ ਐਦਾਂ ਦੇ ਵਿਕਟਿਮਸ ਨੂੰ ਲੌਂਗ ਟਰਮ ਸਪੋਰਟ ਚਾਹੀਦੀ ਹੈ। ਹਾਂ ਬਿਲਕੁਲ ਜਾਂ ਈਵਨ ਇਹਨਾਂ ਤੋਂ ਜੋ ਉਹਨਾਂ ਨਾਲ ਵਾਰਦਾਤ ਹੋਈ ਹੈ ਉਹਦੇ ਬਾਰੇ 'ਚ ਵੀ ਇਨਫੋਰਮੇਸ਼ਨ ਕੱਢਣਾ, ਉਹ ਵੀ ਉਹਦੇ 'ਚ ਵੀ ਮੈਂ ਕੋਸ਼ਿਸ਼ ਕੀਤੀ ਹੈ ਪੁਲਿਸ ਆਫਿਸਰਸ ਦੀ ਹੈਲਪ ਕਰਨ ਦੀ, ਕਿਉਂਕਿ ਮੇਰੀ ਥੋੜੀ ਜਿਹੀ ਨੇਚਰ ਉੱਦਾਂ ਦੀ ਹੈ ਜੋ ਮਦਰ ਗ੍ਰੈਂਡ ਮਦਰ ਟਾਈਪ। ਸੋ ਸ਼ਾਇਦ ਉਹ ਬੱਚੇ ਮੇ ਬੀ ਦੇ ਫੀਲ ਕੰਫਰਟੇਬਲ ਵਿਦ ਮੀ, ਆਈ ਡੋਂਟ ਨੋ, ਓਕੇ ਮਗਰ ਉਸ ਚੀਜ਼ ਨੇ ਬਹੁਤ ਹੈਲਪ ਕੀਤੀ ਹੈ ਕਾਫੀ ਸਾਰੇ ਕੇਸਿਸ ਨੂੰ, ਕਾਫੀ ਸਾਰੀ ਐਫਆਈਆਰਸ ਨੂੰ ਸੋਲਵ ਕਰਨ ਦੇ ਲਈ। ਓਕੇ, ਸੋ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਸੀ?
ਗ੍ਰੀਫ ਕਾਉਂਸਲਿੰਗ ਦੀ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਹੈ ਹੀ ਨਹੀਂ। ਅੱਛਾ ਜੀ। ਜਦ ਇੰਡੀਆ ਚ ਐਜ਼ ਆਫ ਰਾਈਟ ਨਾਓ ਆਈ ਐਮ ਦਾ ਓਨਲੀ ਪੌਕਸੋ ਗ੍ਰੀਫ ਕਾਉਂਸਲਰ ਕਨੈਕਟਡ ਵਿਦ ਦ ਪੁਲਿਸ, ਪੂਰੇ ਇੰਡੀਆ ਚ ਹੈ ਹੀ ਨਹੀਂ। ਸੋ ਮੀਨਸ ਇਹ ਤੁਹਾਡਾ ਇੱਕ ਪਰਸਨਲ ਥਾਟ ਸੀ, ਐਂਡ ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ, ਕੁਝ ਲੋਕ ਹੁੰਦੇ ਨਾ ਜਿਹੜੇ ਰੁਕ ਕੇ ਠਹਿਰ ਕੇ ਦੇਖਦੇ, ਆਬਜ਼ਰਵ ਕਰਦੇ ਵੀ ਸਮਥਿੰਗ ਇਜ਼ ਨਾਟ ਰਾਈਟ, ਸੋ ਉਹ ਪ੍ਰੋਪਰਲੀ ਇਹਨਾਂ ਦਾ ਇਹੀ ਕਨਸੈਪਟ ਸੀਗਾ ਵਿਚ ਫਾਈਂਡਿੰਗ ਅ ਸੋਲੂਸ਼ਨ। ਫਾਈਂਡਿੰਗ ਅ ਸੋਲੂਸ਼ਨ, ਬਿਲਕੁਲ। ਸੋ ਤੁਸੀਂ ਇੱਕ ਕਿਸੇ ਤਰ੍ਹਾਂ ਦੀ ਆਰਗੇਨਾਈਜੇਸ਼ਨ ਵੀ ਸ਼ੁਰੂ ਕੀਤੀ ਹੈ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਔਰਤ ਜਿਸ ਦਾ ਨਾਂ ਹੈ। ਪਰ ਉਸ ਤੋਂ ਪਹਿਲਾਂ ਮੈਂ ਕੁਝ ਸਟੋਰੀ ਜ਼ਰੂਰ ਸੁਣਨਾ ਚਾਹੂੰਗੀ ਜਾਂ ਕੁਝ ਐਕਸਪੀਰੀਐਂਸਿਸ, ਕਿਉਂਕਿ ਆਈ ਐਮ ਪ੍ਰੀਟੀ ਸ਼ੋਰ ਕਿ ਇਹ ਜੌਬ ਇਮੋਸ਼ਨਲੀ ਬੜੀ ਟ੍ਰੇਨਿੰਗ ਹੈ ਬਹੁਤ ਡਰੇਨਿੰਗ ਤੁਹਾਡੇ ਹੈ, ਲਈ ਵੀ। ਕਿਉਂਕਿ ਇਨੀਸ਼ੀਅਲੀ ਜਦੋਂ ਮੈਂ ਸ਼ੁਰੂ ਕੀਤਾ ਸੀ वो रिफ्लेक्स है। देखो कहते वो गाना हैगा, सबको अपनी ही किसी बात पे रोना आया। आप कोई यू गो थ्रू एनी सिचुएशन ना, ਤੁਸੀਂ ਦੇਖਦੇ ਹੋ ਤਾਂ ਇਮੀਡੀਏਟਲੀ ਤੁਸੀਂ ਆਪਣੇ ਦਾਇਰੇ ਦੇ ਲੋਕਾਂ ਨਾਲ ਕਨੈਕਟ ਕਰਦੇ ਹੋ ਬਿਲਕੁਲ ਕਿ ਜੇ ਇਹ ਉਹਦੇ ਨਾਲ ਹੋਏਗਾ ਤਾਂ ਕੀ ਹੋਏਗਾ। ਬਿਲਕੁਲ ਤੇ ਮੈਨੂੰ ਥੋੜਾ ਜਿਹਾ ਟਾਈਮ ਲੱਗਾ, ਕਪਲ ਆਫ ਇਅਰਸ, ਆਪਣੀ ਇਮੋਸ਼ਨਸ ਨੂੰ ਨਾ, ਜਿਹਨੂੰ ਕਹਿੰਦੇ ਕੰਪਾਰਟਮੈਂਟ, ਅਲੱਗ-ਅਲੱਗ ਕੈਟਾਗਰੀ ਚ ਪਾਉਣ ਚ, ਕਿ ਪਰਸਨਲ ਲਾਈਫ, ਵਰਕ ਲਾਈਫ। ਉਹ ਉਹ ਬਹੁਤ ਟਰੋਮੈਟਿਕ ਹੋ ਜਾਂਦਾ ਹੈ ਕਈ ਵਾਰ। ਛੋਟੇ ਜਿਹੇ ਕਿਸੇ ਬੱਚੇ ਨਾਲ ਤੁਸੀਂ ਕੋਈ ਘਟਨਾ ਦੇਖੋ, ਫਿਰ ਵਾਪਿਸ ਘਰ ਜਾਓ, ਫਿਰ ਤੁਸੀਂ ਆਪਣੇ ਬੱਚੇ ਜਾਂ ਪੜੋਸੀਆਂ ਦੇ ਬੱਚੇ ਦੇਖੋ, ਤਾਂ ਇਟ ਕੈਨ ਬੀ ਵੈਰੀ ਹਰਟਫੁਲ। ਬਿਲਕੁਲ ਲੋਕ ਇਸ ਚੀਜ਼ ਨੂੰ ਸਮਝਦੇ ਨਹੀਂ ਹੈ, ਬਟ ਇਹ ਬਹੁਤ ਇਮੋਸ਼ਨਲੀ ਪੇਨਫੁਲ ਹੈ। ਐਗਜ਼ੈਕਟਲੀ। ਕੁਝ ਸਟੋਰੀਜ਼ ਕਿਸੇ ਕੁੜੀ ਨੂੰ ਲੈ ਕੇ ਜਾਂ ਫੈਮਲੀਜ਼ ਨੂੰ ਲੈ ਕੇ। ਦੇਖੋ, ਸਭ ਤੋਂ ਜੋ ਯੰਗੈਸਟ ਬੱਚਾ ਹੈ ਜਿਹਦੇ ਨਾਲ ਮੈਂ ਡੀਲ ਕੀਤਾ ਹੈ, ਸ਼ੀ ਵਾਸ ਤਕਰੀਬਨ 2 ਇਅਰਸ 올ਡ। ਓ ਮਾਈ ਗॉड। ਹਾਂ, ਲਿਟਰਲੀ 2 ਔਰ ਇਅਰਸ ਇਹ 올ਡ ਕੇਸ ਕਿੱਧਰ ਦਾ ਸੀਗਾ? ਹੈ, ਇਹ ਇੱਥੇ ਕੇਸ ਲੋਕਲ ਹੀ ਸੀਗਾ। ਤੇ ਉਹਦਾ ਰਿਸ਼ਤੇ 'ਚ ਜੀਜਾ ਲੱਗਦਾ ਸੀ, ਹੀ ਵਾਸ ਅਰਾਊਂਡ 25 অর ਸਮਥਿੰਗ। ਤਾਂ 2 ਸਾਲ ਦੇ ਬੱਚੇ ਨੂੰ ਕੀ ਕਨਸੈਪਟ ਹੈ ਇਹਨਾਂ ਚੀਜ਼ਾਂ ਦਾ। ਉਹਨੇ ਅਸੌਲਟ ਕੀਤਾ, ਬੱਚਾ ਕਾਫੀ ਟਰਾਮਾ 'ਚੋਂ ਰਿਹਾ, ਮਤਲਬ ਫਿਜ਼ੀਕਲ ਡੈਮੇਜ, ਬਲੀਡਿੰਗ, ਸਾਰਾ ਕੁਝ ਹੋਇਆ। ਤੇ ਫਿਰ ਮੈਨੂੰ ਬੁਲਾਇਆ ਗਿਆ ਔਰ ਮੈਂ ਹਸਪੀਟਲ ਗਈ। ਤੇ ਉਹਦਾ ਇੱਕ ਪ੍ਰੋਸੈਸ ਹੈ। ਪਹਿਲੀ ਗੱਲ ਤਾਂ ਜਦੋਂ ਵੀ ਕੋਈ ਅਦਰਵਾਈਜ਼ ਵੀ ਰੇਪ ਹੁੰਦਾ ਹੈ, ਨਾਟ ਓਨਲੀ ਪੌਕਸੋ, ਤੇ ਇੰਡੀਆ 'ਚ ਇੱਕ ਰੂਲ ਹੈ, 0 FIR। ਯਾਨੀ ਆਪ ਅਗਰ ਜੇ ਤੁਸੀਂ ਦਿੱਲੀ ਦੇ ਰਹਿਣ ਵਾਲੇ ਹੋ ਔਰ ਤੁਹਾਡੇ ਨਾਲ ਚੰਡੀਗੜ੍ਹ 'ਚ ਇੱਕ ਘਟਨਾ ਹੋ ਜਾਂਦੀ ਹੈ ਰੈਂਡਮਲੀ, ਤੇ ਚੰਡੀਗੜ੍ਹ ਦੇ ਕਿਸੇ ਵੀ ਪੁਲਿਸ ਸਟੇਸ਼ਨ 'ਚ ਜਾ ਕੇ ਤੁਸੀਂ FIR ਕਰਾ ਸਕਦੇ ਹੋ। ਦੇ ਕੈਨ ਨਾਟ ਆਸਕ ਕਿ ਤੁਸੀਂ ਇੱਥੇ ਦੇ ਨਹੀਂ ਹੋ ਤਾਂ ਅਸੀਂ ਕੰਪਲੇਂਟ ਨਹੀਂ ਲਵਾਂਗੇ। ਫਿਰ ਬਾਅਦ ਚੋਂ ਕੰਪਲੇਂਟ ਤੁਹਾਡੇ ਨੇਟਿਵ ਪਲੇਸ ਤੇ ਟ੍ਰਾਂਸਫਰ ਹੋ ਸਕਦੀ ਹੈ, ਬਟ ਜਿੱਥੇ ਏਰੀਆ ਆਫ ਅਕਰੈਂਸ ਹੈ ਦੇ ਹੈਵ ਟੂ ਫਾਈਲ ਐਨ FIR। ਇਹ ਮੈਂਡੇਟਰੀ ਹੈ ਜੀ। ਅਸੀਂ ਗੱਲ ਕਰ ਰਹੇ ਸੀ ਉਹ 2 ਸਾਲ ਦੀ ਬੱਚੀ ਦੀ। ਮੈਂ ਜਦੋਂ ਉਸ ਕੁੜੀ ਨੂੰ ਦੇਖਿਆ, ਇੰਨੀ ਪਿਆਰੀ ਗੋਰੀ ਜੀ ਬੱਚੀ ਸੀ, ਉਹਨੂੰ ਕੋਈ ਕਨਸੈਪਟ ਹੀ ਨਹੀਂ ਸੀ ਮੇਰੇ ਨਾਲ ਕੀ ਹੋਇਆ। ਪਹਿਲਾਂ ਤਾਂ ਕਾਫੀ ਟਾਈਮ ਬੇਹੋਸ਼ ਰਹੀ, ਆਬਵੀਅਸਲੀ ਮੈਡੀਕਲ ਟ੍ਰੀਟਮੈਂਟ, ਮੈਡੀਕਲ ਚੈੱਕਅਪ, एवरीथिंग। ਉਹਦਾ ਕਹਿਣਾ ਸੀ ਕਿ जीजा आया, जीजे ने ऐसे किया, जीजे ने वैसे किया, उसके बाद मेरे को पता नहीं, दैट्स इट। ਔਰ ਉਸ ਬ੍ਰਦਰ ਇਨ ਲਾਅ ਨੇ ਉਹਦੀ ਬੋਡੀ ਨੂੰ ਇਸ ਤਰ੍ਹਾਂ ਨਾਲ ਅਸੌਲਟ ਕੀਤਾ ਸੀ ਕਿ ਉਹਦਾ ਯੂਟਰਸ ਬਾਹਰ ਕੱਢਤਾ ਸੀ। ਤੁਸੀਂ ਸੁਣ ਕੇ ਇਹ ਚੀਜ਼ਾਂ ਸੋਚ ਰਹੇ ਹੋ, ਤੇ ਮੈਂ ਵਿਜ਼ੂਅਲੀ ਉਸ ਬੱਚੇ ਨੂੰ ਗੋਦੀ ਚੁੱਕ ਕੇ ਹੈਂਡਲ ਕੀਤਾ। ਤੇ ਇਹ ਜੀਜਾ ਰੀਅਲ ਜਾਂ ਫਿਰ ਰਿਸ਼ਤੇਦਾਰੀ? ਫਰਸਟ ਕਜ਼ਨ ਟਾਈਪਸ ਉਹ ਹੁੰਦੇ ਆ ਨਾ, ਵੀ ਇਕੱਠੇ ਇੱਕ ਕਮਰੇ ਲੈ ਕੇ ਰਹਿੰਦੇ ਆ ਬੜੇ ਸਾਰੇ ਲੋਕ। ਆਈ ਐਮ ਟਾਕਿੰਗ ਅਬਾਊਟ ਮਿਡਲ ਕਲਾਸ, ਲੋਅਰ ਮਿਡਲ ਕਲਾਸ। ਬਟ ਮੈਂ ਇੱਕ ਗਲਤਫਹਿਮੀ ਹੁਣੇ ਕਲੀਅਰ ਕਰਨਾ ਚਾਹੂੰਗੀ ਕਿ ਇਹ ਬਹੁਤ ਵੱਡਾ ਲੋਕਾਂ ਦੇ ਦਿਮਾਗ 'ਚ ਇਹ ਹੈ ਕਨਸੈਪਟ ਕਿ ਅਨਪੜ੍ਹ ਜਾਂ ਗਰੀਬ ਲੋਕਾਂ 'ਚ ਹੁੰਦਾ ਹੈ। ਨੋ ਨੋ, ਡੈਫੀਨਿਟਲੀ। सबसे ज़्यादा, सब तो ज़्यादा ये पढ़ी लिखी और सोशली एक्टिव फैमिलीज 'ਚ ਜ਼ਿਆਦਾ ਹੁੰਦਾ। ਸੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਠੀਕ ਹੈ, ਫਿਰ ਇਹ ਹਾਈ ਪ੍ਰੋਫਾਈਲ ਕੇਸਿਸ ਬਾਹਰ ਆ ਪਾਉਂਦੇ ਨੇ? ਨਹੀਂ ਆਉਂਦੇ। ਸੋ ਅੱਜ ਤੱਕ ਤੁਸੀਂ ਕੋਈ ਬਹੁਤ ਵੱਡਾ ਹਾਈ ਪ੍ਰੋਫਾਈਲ ਕੇਸ ਡੀਲ ਨਹੀਂ ਕੀਤਾ ਹੈ, बट आई विल नॉट मेंशन इट। 3 या 4 ऐसे केसेस आए हैं मेरे को, ਓਕੇ। वेरी वेरी सीनियर, मतलब नेशनल लेवल एंड स्टेट लेवल पीपल। ਉਹਨਾਂ ਦੀ ਫੈਮਲੀਜ਼ ਦੇ ਵਿੱਚ ਹੀ ਹੋਇਆ? ਫੈਮਲੀਜ਼, ਪੇਰੈਂਟਸ ਨੂੰ, ਬੱਚਿਆਂ ਦਾ ਕਹਿਣਾ ਹੈ ਕਿ ਜੇ ਅਸੀਂ ਦੱਸਤਾ ਘਰ तो पुलिस एक्शन होएगा, फिर पापा का सारा कैरियर खराब होएगा। तो
टेलिंग योर चाइल्ड टू शट अप वो सब तो गंदी चीज है। सबसे कॉमन एग्जांपल आलिया भट्ट इन हाईवे, यस, उसमें इंसेस्ट मतलब उन्होंने डिपिक्ट किया है भी चाचे ताए घर दे फैमिली मैंबर्स फैमिली फ्रेंड्स जिनको सबसे ईजी एक्सेस होता है कि भी हाँ आ बच्चा रोज सानू मिलता है। ਬਿਲਕੁਲ। तो ਸੋ ਕਿੰਨਾ ਵਕਤ ਲੱਗਦਾ ਹੈ ਬਿਕਾਜ਼ ਯੂ ਆਰ ਗ੍ਰੀਫ ਕਾਉਂਸਲਰ, ਤਾਂ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਵਿਕਟਮ ਇਹ ਚਾਹਵੇ ਕਿ ਉਹ ਤੁਹਾਡੇ ਤੋਂ ਕਾਉਂਸਲ ਲੈਣਾ ਚਾਹਵੇ। ਸੋ नहीं ਕਿੰਨਾ जेडे ਟਾਈਮ? देखो जेडे पुलिस स्टेशन च आ गए ਉਹਦੇ ਲਈ ਤਾਂ ਇੱਕ ਤਰੀਕਾ ਬਣਾ ਲਿਆ ਸੀ ਅਸੀਂ ਕਿ ਵੀ ਇਹ ਤੁਹਾਡੇ ਲਈ ਜ਼ਰੂਰੀ ਹੈ ਕਾਉਂਸਲਿੰਗ। ਓਕੇ, ਤੇ ਬਾਈ ਡਿਫਾਲਟ ਬੱਚੇ ਨੂੰ ਆਉਣਾ ਪੈਂਦਾ ਸੀ ਮੇਰੇ ਕੋਲ, ਫਿਰ ਉਹ ਹੌਲੀ ਹੌਲੀ ਉਹ ਕੰਫਰਟ ਲੈਵਲ 2-3 ਸੈਸ਼ਨਸ ਆ ਜਾਂਦਾ ਹੈ, ਫਿਰ ਉਹ ਬੱਚਾ ਤੁਹਾਡੇ ਨਾਲ ਆਰਾਮ ਨਾਲ ਗੱਲ ਕਰਦਾ ਹੈ। ਯੂਜੂਅਲੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਪੇਰੈਂਟ ਨੂੰ, ਜੇ ਬॉय ਹੈ ਤਾਂ ਫਾਦਰ, ਮਦਰ ਕੁੜੀ ਹੈ ਤਾਂ ਮਦਰ ਨੂੰ ਨਾਲ ਬਿਠਾਓ। ਲੇਕਿਨ ਕੁਝ ਸਮੇਂ ਬਾਅਦ ਉਹ ਬੱਚਾ ਖੁਦ ਹੀ ਕਈ ਵਾਰ ਜਿੱਦਾਂ 7-8-10 ਸਾਲ ਦੀ 12 ਸਾਲ ਦੀ ਕੁੜੀ ਹੈ ਉਹ ਖੁਦ ਹੀ ਕਹਿ ਦਿੰਦੇ ਆ ਕਿ ਅਸੀਂ ਮੈਮ ਨਾਲ ਇਕੱਲੇ ਗੱਲ ਕਰਨੀ ਹੈ। ਕਿਉਂਕਿ ਕਈ ਫੀਅਰ ਕਈ ਉਹ ਚੀਜ਼ਾਂ ਹੁੰਦੀਆਂ ਉਹਨਾਂ ਦੇ ਦਿਮਾਗ 'ਚ, ਉਹ ਬੰਦਿਸ਼ ਜੀ ਆ ਜਾਂਦੀ ਹੈ ਨਾ, ਤੇ ਉਹ ਕਈ ਵਾਰ ਨਹੀਂ ਕਹਿ ਪਾਉਂਦੇ ਪੇਰੈਂਟਸ ਦੇ ਅੱਗੇ। ਬਿਲਕੁਲ। ਛੋਟੀ ਏਜ ਤੁਸੀਂ ਮੈਨੂੰ ਦੱਸੀ 2 ਇਅਰਸ, ਵੱਡੀ ਤੋਂ ਵੱਡੀ ਏਜ ਦੀ ਕੋਈ ਲੇਡੀ ਜਾਂ ਕੋਈ ਮੈਨ? ਬੁਲਵਾਓ ਵੀ ਨਾ 90 ਇਅਰਸ 90 ਇਅਰਸ 90 not 19 90 ਇਅਰਸ ਕੀ ਉਹਨਾਂ ਦਾ ਗ੍ਰੈਂਡਸਨ ਡਰੱਗਸ, ਉਹਨੂੰ ਇੱਕ ਫੀਮੇਲ ਬੋਡੀ ਚਾਹੀਦੀ ਸੀ, ਦਾਦੀ ਲੰਮੀ ਪਈ ਦਿਖ ਗਈ, ਚਲੋ ਜੀ, ਐਂਡ ਦਾ ਦਾਦੀ ਡਾਈਡ ਨੈਕਸਟ ਡੇ। ਨੈਚੁਰਲੀ ਗੱਲ ਉਹ ਨਹੀਂ ਹੈ। ਮਤਲਬ ਮੈਂ ਹਮੇਸ਼ਾ ਅੱਜ ਦੀ ਡੇਟ 'ਚ ਕੁਐਸਚਨ ਪੁੱਛਦੀ ਹਾਂ ਕਿ ਸਾਡੀ ਸੋਸਾਇਟੀ ਔਰ ਸਾਡੀ ਫੈਮਿਲੀ ਵੈਲਿਊਜ਼ ਜਾ ਕਿੱਧਰ ਰਹੀਆਂ। ਕੀ ਲੱਗਦਾ ਹੈ ਤੁਹਾਨੂੰ ਕਿ ਕੀ ਮਾਈਂਡ ਸੈਟ ਹੈ? ਡਰੱਗਸ ਐਗਜ਼ਾਮਪਲ ਦਿੱਤਾ, ਹੋਰ ਕੀ? ਬਿਕਾਜ਼ ਜ਼ਾਹਿਰ ਜੀ ਗੱਲ ਹੈ ਰੇਨੂ ਜੀ, ਇੱਕ ਪੈਰੈਂਟ ਆਪਣੇ ਬੱਚੇ ਨੂੰ ਕਦੇ ਵੀ ਇਹੋ ਜਿਹੀ ਅਪਬ੍ਰਿੰਗਿੰਗ ਨਹੀਂ ਦੇਣਾ ਚਾਹੁੰਦਾ। ਸੋਸਾਇਟੀ ਔਰ ਮੇਬੀ ਸੋਸ਼ਲ ਮੀਡੀਆ, ਔਰ ਵਾਟ ਆਰ ਦ ਕਾਜ਼ਸ? ਅਗਰ ਫਾਦਰ ਆਪਣੀ ਡਾਟਰ ਨੂੰ ਰੇਪ ਕਰੇ, ਬ੍ਰਦਰ ਆਪਣੀ ਸਿਸਟਰ ਨੂੰ ਰੇਪ ਕਰੇ, ਇਹਦੇ 'ਚ ਪਰਿਵਾਰ ਦਾ ਸ਼ਬਦ ਕਿੱਥੇ ਆ ਗਿਆ ਦੱਸੋ ਮੈਨੂੰ? ਤੁਸੀਂ ਡੀਲ ਕੀਤਾ ਹੈ ਜੇ ਕੇਸਿਸ ਨਾਲ? ਫਾਦਰ ਐਂਡ ਗ੍ਰੈਂਡਫਾਦਰ 14 ਸਾਲ ਤੋਂ ਲੈ ਕੇ 17 ਸਾਲ ਤੱਕ ਦੀ ਏਜ ਤੱਕ ਕੰਸਿਸਟੈਂਟਲੀ ਕੁੜੀ ਦਾ ਸੈਕਸ਼ੂਅਲ ਅਸੌਲਟ ਹੋਇਆ। ਔਰ ਜਦੋਂ ਆਪਣੀ ਮਦਰ ਕੋਲ ਗਈ ਉਹਨੂੰ ਇਹ ਕਿਹਾ ਗਿਆ ਕਿ ਤੇਰੇ ਦਾਦਾ ਜੀ ਮੈਨੂੰ ਹੀ 5 ਸਾਲ ਤੋਂ ਰੇਪ ਕਰ ਰਹੇ ਹੈ। ऐसे ही बोलती इदां ही बंद ਹੁੰਦੀ ਹੈ ਜਿੱਦਾਂ ਹੁਣ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ। ਐਕਚੁਅਲੀ ਯੈਸ, ਸੋ ਇਹ ਕਿਤੇ ਨਾ ਕਿਤੇ ਬਿਕਾਜ਼ ਲੇਡੀਜ਼ ਚੁੱਪ ਰਹਿੰਦੀਆਂ ਨੇ ਤਾਂ ਇਹ ਚੀਜ਼ ਰਿਪੀਟ ਹੁੰਦੀ ਹੈ। ਕਿਉਂਕਿ ਸਾਨੂੰ ਫੀਮੇਲ ਨੂੰ ਦੇਖੋ, ਅਸੀਂ ਜੋ ਮਰਜ਼ੀ ਤੁਸੀਂ ਪੜ੍ਹਾ ਲਓ, ਪੀਐਚਡੀ ਕਰਾ ਲਓ, ਸਾਨੂੰ ਇਹ ਬਚਪਨ ਤੋਂ ਸਿਖਾਇਆ ਜਾਂਦਾ ਹੈ ਦੈਟ ਫੀਮੇਲ ਆਰ ਸੈਕੰਡ ਕਲਾਸ ਸਿਟੀਜ਼ਨਸ। ਸਾਡੇ ਅੰਦਰ ਉਹ ਪੈਟਰੀਆਰਕੀ ਨਾ ਕਿ ਪਾਪਾ ਸੇ पूछो वाली, ਬਿਲਕੁਲ ਉਹ ਬਹੁਤ ਜ਼ਿਆਦਾ ਹੈ, ਬਹੁਤ ਹੀ ਜ਼ਿਆਦਾ ਹੈ। ਬਿਲਕੁਲ ਉਹਦੇ ਕਾਰਨ ਇਹ ਹੁੰਦਾ ਹੈ ਕਿ ਜੋ ਬੱਚੇ ਕੁਝ ਕਰਨਾ ਵੀ ਚਾਹੁੰਦੇ ਆ ਜਾਂ ਕਿਤੇ ਅੱਗੇ ਵੀ बढ़ना ਚਾਹੁੰਦੇ ਆ, ਉਹਨਾਂ ਨੂੰ ਕੋਈ ਰਾਹ ਹੀ ਨਹੀਂ ਲੱਭਦੇ। ਕਿਉਂਕਿ ਜੇ ਤੁਸੀਂ ਹੋਸਟਲ 'ਚ ਪੜ੍ਹਨ ਜਾਣਾ ਹੈ, ਪਾਪਾ ਮਨਾ ਕਰ ਰਹੇ ਆ, ਭਾਈ ਮਨਾ ਕਰ ਰਿਹਾ ਹੈ। ਆਹ ਵਾਲੀ ਚੀਜ਼ਾਂ ਅੱਜ ਵੀ ਅਲਾਈਵ ਐਂਡ ਵੈਲ ਹੈ ਸਾਡੀ ਸੋਸਾਇਟੀ 'ਚ। ਓਨੈਸਟਲੀ ਜੇ ਤੁਸੀਂ ਗੱਲ ਕਰਦੇ ਹੋ, ਸਾਡੇ ਕਿੰਨੀ ਫੈਮਿਲੀਜ਼ ਆ ਜੋ ਦੂਜੀ ਕੰਟਰੀ ਸੈਟਲਡ ਹੈ। ਹੁਣ ਬੱਚੇ ਉੱਥੇ ਪਲ ਕੇ, ਉੱਥੇ ਵੱਡੇ ਹੋ ਕੇ, ਉਹਨਾਂ ਦੇ ਮਾਈਂਡਸੈਟ, ਉਹਨਾਂ ਦਾ सोसाइटल जो सैटअप है वो डिफरेंट हो जाता है। बट माँ प्यो और दादा दादी नाना नानी तो इत्थों ही गए हैं, ਬਿਲਕੁਲ। वो फिर वो जो बंदिशां लाते हैं फिर वो बच्चे पुट्ठे रस्ते जाते हैं। ਕੋਈ ਇਹੋ ਜਿਹਾ ਕੇਸ ਵੀ ਆਇਆ ਵੀ ਜਿਹੜੇ ਬਾਹਰ ਰਹਿੰਦੇ ਸੀ ਪਰ ਇੰਡੀਆ ਆ ਕੇ ਡੀਲ ਕਰ ਰਹੇ ਨੇ? नहीं, नॉट एग्जैक्टली, क्योंकि जब बाहर ऐसा होएगा तो फिर वो पुलिस केस तो बाहर ही होएगा ना। हाँ नहीं, बट कुछ लोग मेबी उस चीज ਨੂੰ ਹਵਾ ਬਾਹਰ ਨਹੀਂ ਬਣਾਉਣਾ ਚਾਹੁੰਦੇ। they want to come back to their home country। हाँ, बट ਉਹਦੇ ਤੇ ਡਿਪੈਂਡ ਕਰਦਾ ਨਾ ਕਿ ਗੋਡ ਫੋਰਬਿਡ ਉਹਨਾਂ ਨਾਲ ਕੋਈ ਇੱਥੇ ਇਦਾਂ ਦੀ ਗੱਲ ਹੋਏ। ਤੇ ਮੇਰਾ ਨੰਬਰ ਕੀ, ਮੇਰੀ ਪ੍ਰੋਫਾਈਲ ਕੀ, ਕਾਫੀ ਲੋਕਾਂ ਨੂੰ ਪਤਾ ਹੈ। ਈਵਨ ਕੋਵਿਡ ਦੇ ਦੌਰਾਨ ਵੀ ਪੂਰਾ ਹਰਿਆਣਾ, ਪੰਜਾਬ, ਸਭ ਜਗ੍ਹਾ ਤੋਂ ਮੇਰੇ ਕੋਲ ਫੋਨ ਆਉਂਦੇ ਸੀ। ਮੇਰਾ ਨੰਬਰ ਦੇ ਦਿੱਤਾ ਗਿਆ ਸੀ ਮੀਡੀਆ 'ਚ। ਉਦੋਂ ਇੰਨੀ ਇਨਸਿਕਿਉਰਿਟੀ ਸੀਗੀ ਕਿ ਪਤਾ ਹੀ ਨਹੀਂ ਕਦੋਂ ਮੁੱਕੇਗਾ ਇਹ। ਤੇ ਲੋਕਾਂ ਨੇ ਇਹ ਵਾਲੀ ਜੋ ਚੀਜ਼ ਹੈ ਨਾ, ਪਰਿਵਾਰਾਂ 'ਚ ਰੇਪ, ਹਸਬੈਂਡ ਸ਼ਰਾਬ, ਯੈਸ ਕੋਵਿਡ ਤਾਂ ਬਹੁਤ ਹੋਇਆ। ਕੋਵਿਡ ਦਾ ਤਾਂ ਇੱਕ ਸਭ ਤੋਂ ਖਤਰਨਾਕ ਚੀਜ਼ ਜੋ ਕੋਈ ਮੈਂਸ਼ਨ ਨਹੀਂ ਕਰਦਾ, ਉਹ ਮੈਂ ਤੁਹਾਡੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੂੰਗੀ। ऑनलाइन एजुकेशन बड़ी अच्छी गल सी, बच्चों के 2 साल वेस्ट नहीं होए, मोबाइल दिते गए, होमवर्क करते सी, सब कुछ करते सी, पर असी 24 घंटे न्याणे नाल तां नहीं बैठे। अब वो न्याणे यूट्यूब इधर उधर की देख रहे हैं,
ਉਹ ਸੀਗਾ ਕੰਟਰੋਲ। ਤੇ ਜੇ ਉਹ ਬੱਚੇ ਮੰਨ ਲਓ ਇੱਕ ਸਿੰਪਲ ਲੋअर मिडिल क्लास फैमिली है, 2 कमरे हैं, 5-6 लोग हैं, ठीक है, ਉਹ ਆਪਣੇ ਪੇਰੈਂਟਸ ਨੂੰ ਜਾਂ ਬ੍ਰਦਰ ਭਾਬੀ ਕਿਸੇ ਵੀ ਰਿਲੇਟਿਵ ਨੂੰ ਫਿਜ਼ੀਕਲ ਰਿਲੇਸ਼ਨਸ਼ਿਪ ਸੁਣ ਲੈਂਦੇ ਆ ਜਾਂ ਦੇਖ ਲੈਂਦੇ ਆ, ਐਂਡ ਦੈਨ ਦੇ ਥਿੰਕ ਦੈਟ ਇਫ ਦੇ ਆਰ ਹੈਪੀ ਇਟ ਇਜ਼ ਅ ਗੁੱਡ ਥਿੰਗ। ਓਕੇ। ਸਿੰਪਲ ਟ੍ਰਾਂਸਲੇਸ਼ਨ ਹੈ 12-15 ਸਾਲ ਦੇ ਬੱਚੇ ਲਈ। ਹੈਂਸ ਜੇ ਮੈਂ ਕਿਸੇ ਕੁੜੀ ਨਾਲ ਇਦਾਂ ਕਰਦਾ ਹਾਂ ਤਾਂ ਮੈਂ ਕੁਝ ਗਲਤ ਨਹੀਂ ਕਰ ਰਿਹਾ। ओके। तो ब्रदर सिस्टर्स ये वाला तो इन्ना ज़्यादा लैवल चला गया सी ना कोविड च। मैं एक इंटरव्यू मेरा होया सी इस टॉपिक से, द डार्क साइड ऑफ ऑनलाइन एजुकेशन। अज तक इस ते किसी ने काम नहीं किया, मगर ये होया है। जे उस टाइम का क्राइम डेटा देखा जाए तो तुहानूं इदां पीक मिलेगी इस सब्जेक्ट। तो ये जो चीज़ तुसी शुरू की है ना, स्पैशली जो मैं हाई क्लास सोसाइटी की गल करा, आई एम श्योर ਤੁਹਾਨੂੰ पर्सनली भी बहुत ज़्यादा थ्रैट्स मिले होने ने, जो कि ਆਪਾਂ हमेशा गल करते भी रहने हैं। देखो वही गल है कि जे तुसी विक्टिम नूं बचाओगे और ਉਹਦਾ ਐਕਸੀਡੈਂਟ ਹੋਇਆ, ਖੂਨ ਲੱਗਿਆ ਹੋਇਆ, ਤੇ ਜਦੋਂ ਤੁਸੀਂ ਉਹਦਾ ਹੱਥ ਫੜੋਗੇ ਥੋੜਾ ਖੂਨ ਤੁਹਾਡੇ ਵੀ ਲੱਗੇਗਾ, ਮਗਰ ਤੁਸੀਂ ਉਸ ਤੋਂ ਡਰ ਕੇ ਉਸ ਬੱਚੇ ਜਾਂ ਬੱਚੀ ਨੂੰ ਮਰਨ ਜਾਂ ਮੈਂਟਲੀ ਖਤਮ ਦੇਣਾ ਹੋਣਾ ਤਾਂ ਨਹੀਂ ਦੇ ਸਕਦੇ ਨਾ। ਬਸ ਸ਼ਾਇਦ ਉਹ ਮੇਰੀ ਅੱਛਾਈ ਹੈ ਜਾਂ ਕਮੀ ਹੈ, ਔਰ ਇਸ ਕਰਕੇ ਬਹੁਤ ਲੋਕਾਂ ਨੂੰ ਮੇਰੇ ਨਾਲ ਪ੍ਰੋਬਲਮ ਵੀ ਹੈ ਕਿ ਇਹਨੂੰ ਕੀ ਫਰਕ ਪੈਂਦਾ, ਇਹ ਕਿਉਂ ਛੇੜਾਖਾਨੀ ਕਰਦੀ ਹੈ, ਇਹ ਕਿਉਂ ਅਫਸਰਾਂ ਕੋਲ ਜਾ ਜਾ ਕੇ ਰੌਲਾ ਪਾਉਂਦੀ ਹੈ। पर मेरा ये कहना है कि भाई तुसी कर लो, किसी ने तो लड़ाई लड़नी है ना। और अज असी टीवी ते देखते हैं, एक तो थैंक यू सोशल मीडिया, आप जिन्ने लोग तुसी बैठे हो, मैंने एक गल दसो किन्नी कि तुसी प्रोफाइलां देखियां सोशल मीडिया ते जिथे आदमियां दी बॉडी दी शेप दा या ਉਹਨਾਂ ਦੇ ਕਿਸੇ ਵੀ ਫਿਜ਼ੀਕਲ ਐਟਰੀਬਿਊਟ ਦਾ ਮਜ਼ਾਕ ਉਡਾਇਆ ਜਾ ਰਿਹਾ ਹੋਇਆ। ਸਾਡੀ ਤਾਂ ਗਾਲੀਆਂ ਵੀ ਮਾਂ ਭੈਣ ਦੀਆਂ, ਭਰਾ ਭੈਣ ਪਿਓ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਬਿਲਕੁਲ। ਤੇ ਅਸੀਂ ਬਾਈ ਡਿਫਾਲਟ ਆਪਣੀ ਕੁੜੀਆਂ ਨੂੰ ਖਤਮ ਕੀਤਾ ਹੋਇਆ। ਉਹੀ ਗੱਲ ਹੈ ਨਾ, ਜੇ ਮੁੰਡੇ ਦੀ ਤਿੰਨ ਫੀਮੇਲ ਫਰੈਂਡਸ ਹੈ ਤਾਂ ਬੜਾ ਪਪੂਲਰ है, ਜੇ ਕੁੜੀ 2 ਮੁੰਡਿਆਂ ਨਾਲ ਬੋਲ ਰਹੇ ਤਾਂ ਉਹਦਾ ਕਰੈਕਟਰ ਠੀਕ नहीं है। हमारा नजरिया जो है वो नॉट ओके। ਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਗ੍ਰਿਫ ਕਾਉਂਸਲਿੰਗ ਦੇ ਵਿੱਚ, ਹੈ ਨਾ, ਐਂਡ ਹੁਣ ਤੱਕ ਅੱਜ ਅਸੀਂ ਬੈਠੇ ਆ ਈਅਰ 2025, ਕੀ ਚੇਂਜਸ ਦੇਖੇ ਤੁਸੀਂ ਲੋਕਾਂ ਦੀ ਮੈਂਟੈਲਿਟੀ ਦੇ ਵਿੱਚ? ਬਿਕਾਜ਼ ਵੈਸੇ ਆਪਾਂ ਵੈਸਟਰਨ ਕਲਚਰ ਅਡੈਪਟ ਕਰ ਲਿਆ, ਸਭ ਕੁਝ ਅਸੀਂ ਕਹਿਤਾ ਵੀ ਜਸਟ ਬੀ ਕੂਲ ਐਂਡ ਡੋਂਟ ਹਰਾਸ ਮੀ, ਇਟਸ ਅਬਾਊਟ ਮਾਈ ਮੈਂਟਲ ਹੈਲਥ। ਸੋ ਉੱਦਾਂ ਕੋਈ ਚੇਂਜਸ ਦੇਖੇ ਸਪੈਸ਼ਲੀ ਇਸ ਪਰਟੀਕੂਲਰ ਚੀਜ਼ ਬਾਰੇ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ? ਸੀਰੀਅਸਲੀ ਹਰ ਸਟੇਟ ਵਿੱਚ 50 ਡਿਪਾਰਟਮੈਂਟ ਬਣੇ ਹੋਏ ਆ ਇਹਨਾਂ ਚੀਜ਼ਾਂ ਲਈ। ਮੈਂ ਇੱਕ ਦਿਨ ਇੱਕ ਸਵਾਲ ਚੁੱਕਿਆ ਸੀ, ਚਾਈਲਡ ਵੈਲਫੇਅਰ ਕਮੇਟੀ, ਐਂਟੀ ਚਾਈਲਡ ਮੈਰਿਜ, ਵਨ ਸਟਾਪ ਸ਼ਾਪ, 50 ਹੁੰਦੇ ਆ ਡਿਪਾਰਟਮੈਂਟ, ਔਰ ਉਹ ਮਿਲਦੇ ਜੁਲਦੇ ਸੇਮ ਕੰਮ ਕਰ ਰਹੇ ਆ। ਤੁਸੀਂ ਇੱਕ ਦੂਸਰੀ ਗੱਲ ਇਹ ਹੈ ਕਿ ਇੱਦਾਂ ਦੇ ਡਿਪਾਰਟਮੈਂਟਸ ਪਬਲਿਕ ਪੁਲਿਸ ਜੈਨੂਇਨਲੀ ਡੇਟਾ ਸ਼ੇਅਰਿੰਗ ਨਹੀਂ ਹੁੰਦੀ, ਤੇ ਉਹ ਬੱਚਾ 6 ਜਗ੍ਹਾ ਚੱਕਰ ਕੱਟਦਾ। ਹੁਣ ਕਾਗਜ਼ਾਂ ਤੇ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਕਿ ਬੱਚੇ ਨੂੰ ਤੁਸੀਂ बुला नहीं सकते, लेकिन हाफ द टाइम अफसर कहेंगे इसको हमारे घर ले आओ या हमको ऑफिस में मिला दो। अपनी कन्वीनियंस नाल डिपार्टमेंट चलते हैं, हर डिपार्टमेंट च गलत। मैं हमेशा ये कहनी है, पुलिस पॉलिटिशियन डॉक्टर्स एनीबडी, हर डिपार्टमेंट च गलत लोग भी होंगे हैं, सही लोग भी होंगे हैं, और गलत लोगों के कारण सानू डिपार्टमेंट नू गलत नहीं कहना चाहिए, मगर वही एक मछली तालाब नू गंदा कर दिए वाला काम भी है। तो जो इंसाफ टाइम ते होना चाहिए ਉਹਨੂੰ 10-10 ਸਾਲ ਲੱਗ ਜਾਂਦੇ ਆ। ਹੁਣ ਇੱਕ ਕੁੜੀ ਜਿਹਦੇ ਨਾਲ 6 ਸਾਲ ਦੀ ਉਮਰ 'ਚ ਰੇਪ ਹੋਇਆ, ਉਹ ਤਾਂ 16-17 ਸਾਲ ਦੀ ਹੋ ਜਾਏਗੀ ਜਿੰਨੇ 'ਚੋਂ, ਔਰ ਉਹ ਬੱਚੇ ਨੂੰ 10 ਸਾਲ 'ਚ ਕਿੰਨਾ ਉਹਦਾ ਮੈਂਟਲ ਬਲੌਕ ਹੋਏਗਾ, ਰਿਲੇਸ਼ਨਸ਼ਿਪਸ ਤੋਂ ਉਹਨੂੰ ਨਫ਼ਰਤ ਹੋ ਜਾਏਗੀ, ਲੋਕਾਂ ਤੋਂ ਆਪਣੇ ਫਾਦਰ ਬ੍ਰਦਰ ਸਿਬਲਿੰਗਸ ਤੇ ਟਰਸਟ ਨਹੀਂ ਕਰ ਪਾਏਗੀ ਕਿ ਮੈਨ ਆਰ ਬੈਡ। ਐਦਾਂ ਦਾ ਕੋਈ ਸਪੋਰਟ ਨੈਟਵਰਕ ਹੈ ਹੀ ਨਹੀਂ। ਔਰ ਜੋ ਤੁਸੀਂ ਸਵਾਲ ਪੁੱਛਿਆ, ਮੈਂ ਇਸ ਫੀਲਡ ਵਿੱਚ ਤਕਰੀਬਨ ਮੈਨੂੰ 30 ਇਅਰਸ ਹੋ ਗਏ ਹੋਣੇ ਆ। ਪੁਲਿਸ ਨਾਲ ਵੀ ਮੈਂ ਤਕਰੀਬਨ 6 to 7 ਇਅਰਸ ਕੰਮ ਕੀਤਾ ਹੈ। ਹੁਣ ਵੀ ਆਈ ਐਮ ਲਾਈਕ ਔਨ ਕਾਲ ਕਿ ਜੇ ਕੋਈ ਲੋੜ ਹੋਏ ਤਾਂ ਮੈਨੂੰ ਬੁਲਾ ਸਕਦੇ ਆ, ਕਿਉਂਕਿ ਕੁਝ ਵੀ ਕਹੋ, ਬਹੁਤ ਸਾਰੇ ਐਸੇ ਕੰਮ ਹੈ ਜੋ ਜਿਨ੍ਹਾਂ ਦੀ ਮੇਰੀ ਪ੍ਰੈਜ਼ੈਂਸ ਦੀ ਲੋੜ ਹੈ, ਤਾਂ ਮੈਂ ਪਰਮਾਨੈਂਟਲੀ ਇੱਕ ਜਗ੍ਹਾ
नहीं हो सकती। बिल्कुल। तो wherever I'm needed, मैं चाहे वो असॉल्ट है चाहे डोमेस्टिक वायलेंस है कुछ भी है, आई ट्राई कि मैं उत्थे अवेलेबल हो सका। तो हुद्दी फाउंडेशन बारे, औरत बारे, व्हाट इज औरत एंड व्हाई डिड यू स्टार्ट दैट? ओके, औरत इज ऑल यूनाइटेड अगेंस्ट रेप, असॉल्ट एंड ट्रॉमा। अब देखो, ऑल यूनाइटेड से मेरा मतलब है डिफरेंट डिपार्टमेंट्स और डिफरेंट लोग, डिफरेंट तरह के लोग, चाहे वो वकील हैं चाहे वो पुलिस ऑफिसर्स हैं, जो भी इकट्ठे होकर काम करो अगेंस्ट रेप, चाहे वो बच्ची का है चाहे बड़ों का है। असॉल्ट इज सैक्शुअल असॉल्ट भी एंड मार कुटाई वाला असॉल्ट भी कुड़ियां दे नाल, ठीक है ना। रेप, असॉल्ट एंड ट्रॉमा। ट्रॉमा इज जो मैं ग्रीफ काउंसलिंग करने की कोशिश कर रही हैं कि इमोशनल और सोशल सपोर्ट दे के उस विक्टिम, मैं सर्वाइवर कहनी है, उन्होंने वापस राह ते लिया के कॉन्फिडेंटली अगे जान दे टूल्स दिते जान। वो टारगेट है मेरी, जो मैं औरत शब्द अगे बढ़ाया है, तो ये मैं यही करन दी मेरी कोशिश है। और जो भी मेरे नाल जुड़ना चाहता है मोस्ट वेलकम, चाहे इंडिया तो चाहे किसी होर कंट्री तो। आई वुड लव टू वर्क विद पीपल जो दिल नाल ये चीज़ करना चाहते हैं। मैरिटल रेप बारे ਤੁਸੀਂ ਕੀ ਕਹਿਣਾ ਚਾਹੋਗੇ? मैं कहनी है कंप्लेंट होनी चाहिए इस बारे च। ਤੁਸੀਂ ਵਿਆਹ ਕੀਤਾ, ਤੁਸੀਂ ਖਰੀਦ ਤਾਂ ਨਹੀਂ ਲਿਆ ਕਿਸੇ ਨੂੰ। ਤੁਹਾਡੇ ਕੋਲ ਕੋਈ ਇਹੋ ਜਿਹੇ ਕੇਸਿਸ ਹੈ ਜਿੱਥੇ ਕੁੜੀ ਅੱਗੇ ਆਈ ਐਂਡ ਕਿਹਾ ਮੈਰਿਡ ਬਟ ਆਮ ਫੇਸਿੰਗ ਦਿਸ? दिक्कत ये है कि मैरिटल रेप वाला जो सिनेरियो है ना, एक तो जज ही नहीं सुनते, बिल्कुल वकील ही कहते हैं भी ये हो नहीं पाएगा, फलाना ढिमका। बिल्कुल। हाँ, वही वही मेल माइंडसेट। मतलब मैं ना रिप्रोडक्टिव राइट्स से भी काम किया है। साडे देश च ना कुड़ियां नूं ये अधिकार भी नहीं है कि वो ये डिसाइड कर सकन कि मैं न्याणा पैदा करना है कि नहीं। अग्री। करना है तो मैरिज के कितने टाइम बाद, दोनों बच्चों च गैप कितना रखना है, वाइफ का कोई डिसीजन नहीं है। बट आई थिंक हुण थोड़ी बहुत सोच बदल रही है। ऑब्वियसली थोड़ी बहुत तो देखो, फिर वही गल है 15% तो बाद सानू बाकी का जो परसेंटेज है वो कौन संभेगा। ये जो तुसी छोटी परसेंटेज कह रहे हो ना, ये पढ़े लिखे, हाई प्रोफाइल, फाइनैंशियली वैल ऑफ, एकेडमिकली वैल ऑफ, ये उन्होंने वाले लोगों के नाल है। जो एवरेज परिवार है, तुसी मैनूं दसो किन्ना कुछ कोई पुछदा किसी ने। शादी हुंदे ही पहली एक्सपैक्टेशन ये हुंदी है कि 1 या 2 साल यू शुड हैव अ बेबी, ताकि लोग ये ना कहन भी इन्हां दे घर च न्याणा नहीं होया। हल्ले भी असी इस माइंडसैट च। मैं तो रोज लोगों को मिलती हैं पब्लिकली, व्हेन आई गो फॉर अ वॉक एनीवेयर, कन्वर्सेशन घूम फिर के उत्थे ही है, साडी बेटी, साडी बहू, तो ऑलवेज फीमेल। मेल के बारे च कोई डिस्कशन नहीं है। हुण मैं तुहानूं एक इंटरस्टिंग सवाल पुछदी हां, तुसीं जवाब दिओ मैनूं। एक कहा जाता है हिंदुस्तान च कि जे तुहानूं पीरियड्स होए हुए हैं, तुसीं किसी पूजा वाली जगह ते ना जाओ। अग्री। हुण मैनूं गल दसो, तुहानूं खुद नूं अकल नहीं है, तुसीं नॉर्मली बंदा नहीं जांदा, ਇਹਦੇ ਚ कोई वो कानून बनाने की तो ਤੁਹਾਨੂੰ ਲੋੜ ही नहीं है, ना पंडितां नूं रौला पाउण दी लोड़ है। बिल्कुल। जे इन्हां नूं पीरियड्स होए हैं तो इन्हां ने मंदिर च एंटर नहीं करना। ਉਹ ਭਾਈ ਉਹ बंदी खुद ही नहीं जाएगी, ਤੇ ਇਸ ਚੀਜ਼ ਨੂੰ ਇੰਨਾ ਉਛਾਲਣ ਦੀ ਕੀ ਲੋੜ ਹੈ। मैं एक सवाल पुछदी हां कि ਕਿਹੜੇ मंदिर, ਕਿਹੜੀ पूजा की जगह च एक ऐसी मशीन लगी हुई है कि जदों एक आदमी एंटर करे तो वो सेंसर सानू दसे कि ये अपनी जनानी कुट के आया है, या कोई रेप करके आया है, या कोई इदां दा कुछ करके आया है। मतलब मैन हैव ऑल द फ्रीडम। आई एग्री। तुसी मर्डर करके आ जाओ, आके मत्था टेक लो, भुल चुक माफ, खत्म। औरत दे लिए तो कानून ही इन्ने बने हुए हैं, पूछो ना। अब है ਤੁਹਾਡੇ ਕੋਲ ਇਸ ਗੱਲ ਦਾ ਕੋਈ ਜਵਾਬ? ਡੈਫੀਨਿਟਲੀ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ। ਡੈਫੀਨਿਟਲੀ ਟਰੂ। ਇਹ ਗੱਲਾਂ ਆਈ ਐਮ ਸ਼ੋਰ ਇਹ ਇੰਟਰਵਿਊ ਸੁਣਨ ਤੋਂ ਬਾਅਦ ਲੋਕੀ ਸੁਣਨਗੇ ਐਂਡ ਸਮ ਵਿਲ ਫੋਰਗੇਟ, ਕਿਸੇ ਦੇ ਦਿਮਾਗ 'ਚ ਰਹਿਣਗੀਆਂ, ਪਰ ਵਾਕਈ ਦੇ ਵਿੱਚ ਸੋਚ ਵਿਚਾਰ ਕਰਨ ਵਾਲੀਆਂ ਗੱਲਾਂ ਹੈ। सोच विचार करना बहुत जरूरी है। जे 10 लोग सोचेंगे तो 2 लोग माड़ा जिहा कदम भी चक्कणगे। बिल्कुल। और शायद तुहाडी राहीं या जो मैं थोड़ी बहुत एफर्ट कर रही हैं लोगों तक आवाज़ पहुँचेगी कि देश कोई होए, जिला कोई होए, परिवार कोई होए, बच्चे सब दे इंपॉर्टेंट है।
ਬਿਲਕੁਲ ਫੈਮਿਲੀਜ਼ ਸਭ ਦੀ ਇੰਨੀਆਂ ਇੰਪੋਰਟੈਂਟ ਹੈ ਇੰਪੋਰਟੈਂਟ ਹੈ। ਕਿ ਸਭ ਕੁਝ ਛੱਡ ਕੇ ਸਾਨੂੰ ਪਹਿਲਾਂ ਉਸ ਤੇ ਫੋਕਸ ਕਰਨਾ ਚਾਹੀਦਾ। ਪੌਕਸੋ ਦੀ ਵਾਰੀ ਜਦੋਂ ਆਪਾਂ ਗੱਲ ਕਰ ਰਹੇ ਹੋ ਚਿਲਡਰਨ ਆਬਵੀਅਸਲੀ ਮੁੰਡੇ ਵੀ ਆਉਂਦੇ, ਕੋਈ ਇਹੋ ਜਿਹਾ ਕੇਸ ਜਿਹਦੇ ਵਿੱਚ ਕੋਈ ਮੁੰਡਾ ਤੁਹਾਡੇ ਕੋਲ ਆਇਆ ਹੋਵੇ? ਤੁਸੀਂ ਇਹ ਇੰਨਾ ਸਹੀ ਕੁਐਸਚਨ ਬੋਲਿਆ ਨਾ, ਜ਼ਿਆਦਾਤਰ ਲੋਕ ਪੌਕਸੋ ਨੂੰ ਕਨੈਕਟ ਕਰਦੇ ਆ ਕੁੜੀਆਂ ਦੇ ਨਾਲ। ਕੁੜੀਆਂ ਦੇ ਨਾਲ ਇਟ ਇਜ਼ ਪ੍ਰੋਟੈਕਸ਼ਨ ਆਫ ਚਿਲਡਰਨ, Children. ਨਾਟ ਪ੍ਰੋਟੈਕਸ਼ਨ ਆਫ ਗਰਲਸ। ਮੁੰਡਿਆਂ ਦੇ ਨਾਲ ਵੀ ਸੋਡੋਮੀ ਦੇ ਫਿਜ਼ੀਕਲ ਅਸੌਲਟ ਦੇ ਕੇਸਿਸ ਆਉਂਦੇ ਆ, ਬॉयज रेपिंग बॉयज। ये कॉन्सेप्ट लोग निगलने को तैयार नहीं है, पर ये है। that's true। हाँ जी, ਸਾਡੇ ਕੋਲ ਤਾਂ ਇੱਕ ਐਸੀ ਕੰਪਲੇਂਟ ਆਈ ਸੀ ਕਿ 12 ਸਾਲ ਦੇ ਮੁੰਡੇ ਨੂੰ 13-14 ਸਾਲ ਦੇ ਮੁੰਡਿਆਂ ਨੇ ਸੈਕਸ਼ੂਅਲੀ ਅਸੌਲਟ ਕੀਤਾ ਸੀ, ਔਰ ਇੱਕ 20-22 ਸਾਲ ਦਾ ਮੁੰਡਾ ਬੈਠਾ ਉਹ ਵੀਡੀਓ ਬਣਾ ਰਿਹਾ ਸੀ। ਮਤਲਬ ਕਿੱਥੇ ਚੱਲੇ ਹਾਂ ਅਸੀਂ? ਐਗਜ਼ੈਕਟਲੀ। ਮਾਈ ਕੁਐਸਚਨ ਇਜ਼ ਵੇਅਰ ਆਰ ਵੀ ਗੋਇੰਗ? ਜਦੋਂ ਇਹ ਜਿਹਾ ਕੁਝ ਹੁੰਦਾ ਹੈ, ਜਦੋਂ ਤੁਸੀਂ ਵਿਕਟਮਸ ਦੇ ਨਾਲ ਉਹਨਾਂ ਬੰਦਿਆਂ ਨੂੰ ਦੇਖਦੇ ਹੋ ਜਿਨ੍ਹਾਂ ਨੇ ਇਹ ਜਿਹਾ ਕੁਝ ਕੀਤਾ ਹੁੰਦਾ ਹੈ, ਉਹਨਾਂ ਦਾ ਇਹ ਸਭ ਕੁਝ ਕਰਨ ਤੋਂ ਬਾਅਦ ਬੋਡੀ ਲੈਂਗੁਏਜ ਜਾਂ ਬਿਹੇਵੀਅਰ ਕਿਸ ਤਰ੍ਹਾਂ ਦਾ ਹੁੰਦਾ ਹੈ? इंग्लिश ना 2 शब्द हैं, सोशियोपैथ और साइकोपैथ। साइकोपैथ वो लोग होते हैं जिन्हों के दिमाग चो गल आ गई ना, मतलब दे आर इमोशनलैस। ओके। एम्पैथी वर्ड एक होंदा है ना कि भी किसी नू माड़ी जी चोट लग गई या किसी नाल कुछ हो गया ते असी सानू थोड़ा जिहा तरस आंदा है। बिल्कुल। ये वो लोग होंदे हैं कि आ मुंडा या आ कुड़ी मैं चुकनी है, इहदे नाल मैं इदां करना है, तो वो पूरा प्लैनिंग होंदी है, ਉਹਦੇ ਚ ਇਮੋਸ਼ਨ ਕੋਈ ਨਹੀਂ ਹੈ। ਉਹ ਬੰਦੇ ਦੀ ਜੋ ਦਿਮਾਗੀ ਜੋ ਬਿਲਡਅਪ ਹੈ ਜਾਂ ਉਹਦੀ ਜੋ ਸੈਕਸ਼ੂਅਲ ਨੀਡ ਹੈ, ਉਹ ਉਹਦੇ ਹਿਸਾਬ ਨਾਲ ਉਹਦੀ ਪਲੈਨਿੰਗ ਹੁੰਦੀ ਹੈ। ਜ਼ੀਰੋ ਇਮੋਸ਼ਨਸ। ਅੱਛਾ, ਜਿੰਨੇ ਵੀ ਕੇਸਿਸ ਆਏ ਮੀਨਸ ਵਨ ਥਿੰਗ ਵਾਸ ਵੈਰੀ ਸਿਮਿਲਰ। ਮੈਂ ਅੱਜ ਤੱਕ ਇੱਕ ਵੀ ਮੁੰਡਾ ਨਹੀਂ ਦੇਖਿਆ ਜਿਹਨੇ ਇਹ ਕਿਹਾ ਹੋਏ ਕਿ ਮੈਨੂੰ ਪਛਤਾਵਾ ਹੈ। they are proud of it। and the other word is sociopath, ਜੋ ਵੱਡੇ ਤੋਂ ਵੱਡੇ ਕਾਂਡ ਕਰ ਦੇਣਗੇ ਔਰ ਸੋਸਾਇਟੀ ਚ ਇੰਨੇ ਰਿਸਪੈਕਟਡ ਔਰ ਇੰਨੇ ਮਤਲਬ ਉਹ ਕਹਿੰਦੇ ਆ ਤਹਿਜ਼ੀਬ ਨਾਲ ਪੈਰੀ ਪੈਣਾ, ਨਮਸਤੇ, ਮਤਲਬ ਐਵਰੇਜ ਬੰਦਾ ਕਹੇਗਾ ਇਹਦੇ ਵਰਗਾ ਤਾਂ ਮੁੰਡਾ ਕੋਈ ਨਹੀਂ ਹੈ। ਉਹ ਇਤਨੇ ਮੈਨੀਪੂਲੇਟਿਵ ਹੁੰਦੇ ਆ ਨਾ ਕਿ ਉਹ ਤੁਹਾਨੂੰ ਹੀ ਗੱਲਾਂ ਗੱਲਾਂ 'ਚ ਹੀ ਉਹ ਕਰ ਦੇਣਗੇ, ਤੁਸੀਂ ਸੋਚੋਗੇ ਇਹਦੇ ਵਰਗਾ ਤਾਂ ਬੰਦਾ ਹੀ ਨਹੀਂ ਦੁਨੀਆ 'ਚ। ਔਰ 1 घंटे बाद ਉਹਨੇ ਕੁਛ ਨਾ ਕੁਛ ਕਾਂਡ ਕੀਤਾ ਹੋਏਗਾ ਔਰ ਤਾਂ ਵੀ ਬਲੈਂਕ, ਕੋਈ ਫਰਕ ਨਹੀਂ ਪੈਂਦਾ। मेरा मन किया मैंने कर दिया। ਇਹ ਜਵਾਬ ਹੁੰਦਾ बिल्कुल हाँ भी आई वांटेड टू सो आई डिड इट। ਹੁਣ ਇੱਕ ਬੜਾ ਘੱਟ ਯੂਜ਼ਡ ਵਰਡ ਹੈ ਜੋ ਹੁਣ ਲੋਕਾਂ ਨੂੰ ਸਮਝ ਆ ਰਿਹਾ, ਦੈਟ ਇਜ਼ ਪੀਡੋਫਿਲੀਆ। ਜਦੋਂ ਨਿੱਕਾ ਨਿਆਣਾ ਹੁੰਦਾ ਅਸੀਂ ਡਾਕਟਰ ਕੋਲ ਲੈ ਕੇ ਜਾਂਦੇ ਹਾਂ, ਉਹਨੂੰ ਕੀ ਕਹਿੰਦੇ ਆ? ਪੀਡੀਆਟ੍ਰੀਸ਼ੀਅਨ। ਸੋ ਐਨੀਥਿੰਗ ਟੂ ਡੂ ਵਿਦ ਪੀਡੀਆ, ਦੈਟ ਇਜ਼ ਚਿਲड्रन, राइट। फोबिया इज किसी चीज तो डरना और फिलिया इज किसी चीज की तरफ बहुत ज्यादा अट्रैक्ट होना। सो पीडोफिलिया इज पीपल जो नाबालिग बच्चों की तरफ अट्रैक्ट होते हैं। मतलब 12-13 साल तो वड्डी उम्र के मुंडे या कुड़ी नाल वो रिलेशन बना ही नहीं सकते। उन्होंने उस एज ग्रुप के ही बच्चे चाहिए हैं। निठारी कांड अगर आपको याद हो नोएडा वाला, that was a clear case of pedophilia। 1-2 लोग जो थोड़ी जिदा prostitution वाले ਉਹਦੇ ਸੀਗੇ, ਉੱਥੋਂ जिन्ने बच्चों की बॉडीज लभी हैं they were all minors। अब ये होते हैं साइकोपैथ। बच्चों को ड्रिंक करा के उन्होंने सैमी कोमा तो स्टेट ਵਿੱਚ ਲਿਜਾ ਕੇ ਉਹਨਾਂ ਦੀ ਬॉडीज ਨੂੰ ਕੱਟ ਕਰਕੇ ਜਿੰਦਾ ਹਾਲਤ 'ਚ ਉਹਨਾਂ ਨੂੰ ਕੱਟ ਕਰਕੇ ਉਹਨਾਂ ਦੇ ਪੀਸਿਸ ਨੂੰ ਪੈਕ ਕਰਕੇ ਰੱਖਿਆ ਜਾਂਦਾ ਸੀ ਔਰ ਛੱਤ ਤੇ ਜਾ ਕੇ ਬਾਰਬੀਕਿਊ ਕੀਤਾ ਜਾਂਦਾ ਸੀ। ਇਹ ਰਿਐਲਿਟੀ ਹੈ। ਔਰ ਕੱਟ ਵੱਢ ਕਰਨ ਤੋਂ ਪਹਿਲਾਂ ਜੇ ਮਨ ਕੀਤਾ ਤੇ ਉਹਨਾਂ ਬੱਚਿਆਂ ਨਾਲ ਅਸੌਲਟ, ਸੈਕਸ਼ੂਅਲ ਅਸੌਲਟ ਵੀ ਹੁੰਦਾ ਸੀ। ਹੁਣ ਬॉडीज ਕਿੱਥੇ ਸਿੱਟੋਗੇ? ਉਹ ਫਿਰ ਉਹ ਪਿੱਛੇ ਜਿਹੜਾ ਹੋਇਆ ਸੀ ਸਾਰਾ ਵੀ ਨਾਲੀਆਂ ਬਲੌਕ ਹੋ ਗਈਆਂ, ਫਿਰ ਉਹ ਬॉडीज ਲੱਭੀਆਂ। ਮਗਰ ਉਸ ਤੋਂ ਪਹਿਲਾਂ ਤਾਂ ਇੰਨਾ ਕੁਝ ਹੋ ਗਿਆ। ਅੱਜ ਵੀ ਕੀ ਇਨਸਾਫ ਮਿਲਿਆ ਬੱਚਿਆਂ ਨੂੰ? ਤੋ ਇਹ ਜਿਹੜੇ ਟੌਪਿਕਸ ਹੈਗੇ ਨਾ, ਤੁਸੀਂ ਸੋਚੋਗੇ ਕਿ ਮੈਂ ਹਰ ਵਕਤ ਇਹੀ ਗੱਲਾਂ ਕਰਦੀ ਹਾਂ। ਪੁਆਇੰਟ ਇਜ਼ ਕਿਸੇ ਨੇ ਤਾਂ ਕਰਨੀ ਹੈ। ਬਿਲਕੁਲ। ਪਰ ਤੁਹਾਡੀ ਖੁਦ ਦੀ ਮੈਂਟਲ ਹੈਲਥ ਤੁਸੀਂ ਕਿਵੇਂ ਰਿਕਵਰ ਕਰਦੇ ਹੋ? ਅਫੈਕਟ ਹੁੰਦੀ ਹੈ, ਪੇਨਫੁਲ ਫੀਲ ਹੁੰਦਾ ਹੈ,
ਬਟ ਫਿਰ ਚਾਹੇ ਮੈਡੀਟੇਸ਼ਨ, ਚਾਹੇ ਰੱਬ ਦਾ ਨਾਮ ਲੈ ਕੇ ਜੋ ਮਰਜ਼ੀ, ਤੁਹਾਨੂੰ ਇਹ ਉਹੀ ਗੱਲ ਹੈ ਨਾ, ਸਮੁੰਦਰ ਨਦੀ ਦੇ ਨਾਲ ਤਾਂ ਹਰ ਕੋਈ ਤੈਰ ਲੈਂਦਾ, ਪੁੱਠਾ ਤੈਰਨੇ ਵੀ ਤਾਂ ਕੋਈ ਚਾਹੀਦਾ। ਹੁਣ ਜਦ ਜ਼ਿੰਦਗੀ 'ਚ ਰੱਬ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਹੈ ਕਿ ਬੇਟਾ ਤੂੰ ਇਹ ਕਰ, So how government is supporting you in that? see, government supports you when you go to them with evidence and proof ਵੀ XY ਬੱਚਾ ਇਦਾਂ ਆਇਆ, ਇਹਦੇ ਨਾਲ ਇਦਾਂ ਹੋਇਆ। ਤੋ ਯੂਜੂਅਲੀ ਦੇਖੋ ਜੇ ਰਿਪੋਰਟਡ ਹੋਏ ਫਿਰ ਤਾਂ ਉਹ ਇੱਕ FIR ਔਰ ਉਦਾਂ ਵਾਲੀ ਚਲਾਨ ਔਰ ਉਹ ਵਾਲੀ ਚੀਜ਼ ਹੋ ਗਈ। ਬਟ ਅਨਰਿਪੋਰਟਡ, ਇਫ ਦ ਚਾਈਲਡ ਜਾਂ ਲੇਡੀ ਇਜ਼ ਵਿਲਿੰਗ ਟੂ go through the process, तो मेरी कोशिश होती है कि जो भी सीनियर ऑफिसर्स हैं, चाहे ACP DCP जो भी हैं, मेरी कोशिश होती है कि उन्होंने एक बार मिलवा दा और उन्होंने इंस्ट्रक्शन के अनुसार जो भी कंप्लेंट या जो भी है वो फाइल हो सके। कई विक्टिम खुद ही पिछे हट जाते हैं, सोशल स्टिग्मा, लोग की कहेंगे, रिश्तेदार, शादी नहीं होएगी बच्चे की, ये वाले ਜਿਹੜੀ ਬੇਸਿਕ ਚੀਜ਼ਾਂ ਹੈ ਨਾ ਉਹ ਬਹੁਤ ਡੈਮੇਜ ਕਰਦੀਆਂ। ਤੇ ਤੁਸੀਂ ਆਪਣੇ ਵੱਲੋਂ ਕਿੰਨਾ ਐਫਰਟ ਕਰਦੇ ਹੋ? ਜਿੰਨਾ ਹੋ ਸਕੇ, ਟੂ ਦੀ ਐਕਸਟੈਂਟ ਕਿ ਮੈਨੂੰ ਸੁਣਨਾ ਵੀ ਪੈਂਦਾ। ਮੈਨੂੰ ਆਫੀਸ਼ੀਅਲਸ ਵੀ ਕਹਿੰਦੇ ਆ ਵੀ, ਉਹ ਕਹਿੰਦੇ ਨੇ ਤੈਨੂੰ ਕੀ ਤਕਲੀਫ ਹੈ ਵਾਲਾ, ਬਟ ਮੈਂ ਬਹੁਤ ਬਲੈਸਡ ਫੀਲ ਕਰਦੀ ਹਾਂ ਆਪਣੇ ਆਪ ਨੂੰ, ਬਹੁਤ ਬਲੈਸਡ ਕਿ ਮੀਡੀਆ ਮੇਰੇ ਲਈ ਬੜਾ ਸਪੋਰਟਿਵ ਹੈ। ਸੀਰੀਅਸਲੀ, ਚਾਹੇ ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਕਿਤੇ ਦਾ ਵੀ ਮੀਡੀਆ ਹੋਏ, ਪਰਮਾਤਮਾ ਦੀ ਮਿਹਰ ਹੈ ਕਿ ਮੈਂ ਅੱਜ ਇਹ ਨਹੀਂ ਹੋਇਆ ਅੱਜ ਤੱਕ ਕਿ ਮੈਂ ਕਿਸੇ ਨੂੰ ਕਿਹਾ ਹੋਏ ਕਿ ਇਹ ਚੀਜ਼ ਹੋਈ ਹੈ ਔਰ ਉਹਨੇ ਮੈਨੂੰ ਸਪੋਰਟ ਨਾ ਕੀਤਾ। ਉਹਦੇ ਲਈ ਮੈਂ ਲਿਟਰਲੀ ਸ਼ੁਕਰਗੁਜ਼ਾਰ ਹਾਂ। ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ, ਐਵਰੀਬਡੀ। ਹੁਣ ਇੱਕ ਛੋਟੀ ਜਿਹੀ ਗੱਲ ਹੈ, ਤੁਸੀਂ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਜੋ ਮਰਜ਼ੀ ਕਰ ਲਓ, ਕਿਤੇ ਵੀ ਏਜ ਪ੍ਰੂਫ ਮੰਗਦੇ ਆ। 15 ਸਾਲ ਦਾ ਬੱਚਾ ਆਪਣੇ ਆਪ ਨੂੰ 25 ਸਾਲ ਦਾ ਕਹਿ ਕੇ ਜੌਨ ਅਬਰਾਹਮ ਦੀ ਫੋਟੋ ਲਗਾ ਕੇ ਕਰ ਲਓ ਕੁੜੀਆਂ ਨਾਲ ਗੱਲਾਂ। ਇਹ ਮੈਂ ਸਾਈਬਰ ਕ੍ਰਾਈਮ ਵਾਲਿਆਂ ਨਾਲ ਵਿੱਚ ਕਰਦੀ ਹਾਂ ਸਕੂਲਾਂ 'ਚ। ਅੱਛਾ। ਬਟ ਇਹ ਹੈ ਕਿ ਬਹੁਤ ਸਾਰੇ ਸੈਕਸ਼ੂਅਲ ਜੋ ਐਨਕਾਊਂਟਰਸ ਹੈ ਉਹ ਇੰਸਟਾਗ੍ਰਾਮ ਦੇ ਥਰੂ ਹੁੰਦੇ ਆ ਵੀ ਇਫ ਯੂ ਲਵ ਮੀ ਆਈ ਵਾਂਟ ਟੂ ਸੀ ਯੂ, ਉਹ ਸੀ ਯੂ ਤੋਂ ਬਾਅਦ ਫਿਰ ਬਲੈਕਮੇਲ ਚਾਲੂ। ਇੰਨੇ ਸਾਰੇ ਪੈਰਾਮੀਟਰਸ ਹੈ ਨਾ, ਔਰ ਮੈਂ ਬੜੀ ਹੈਰਾਨ ਹੈ ਕਿ ਸ਼ਾਇਦ ਉਹਦਾ 5% ਵੀ ਟੱਚ ਨਹੀਂ ਕੀਤਾ ਸਾਡੇ ਦੇਸ਼ ਨੇ। ਆਈ ਐਗਰੀ। ਗ੍ਰੀਫ ਕਾਉਂਸਲਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਇਨਸੀਡੈਂਟ ਹੋ ਗਿਆ। ਤੁਹਾਨੂੰ ਲੱਗਦਾ ਹੈ ਵੀ ਸਕੂਲਸ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਾਂ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਕੁਛ ਇਹੋ ਜਿਹੀ ਚੀਜ਼, ਇੱਕ ਜਾਂ ਸਬਜੈਕਟ ਜਾਂ ਇੱਕ ਕਲਾਸ ਕੁਛ ਇਹੋ ਜਿਹੀ ਹੋਣੀ ਚਾਹੀਦੀ ਜਿੱਥੇ ਦੇ ਬਾਰੇ ਗੱਲ ਹੋਵੇ? ਜੋ ਤੁਸੀਂ ਕਹਿ ਰਹੇ ਹੋ ਨਾ ਉਹ ਐਕਚੁਅਲੀ ਟਰੂ ਹੈ, ਜ਼ਰੂਰੀ ਵੀ ਹੈ, ਲੇਕਿਨ ਅਸੀਂ ਉਹਨੂੰ ਐਜ਼ ਅ ਸਬਜੈਕਟ ਲਵਾਂਗੇ ਨਾ ਤਾਂ ਕੋਈ ਇੰਟਰਸਟਡ ਨਹੀਂ ਹੋਏਗਾ ਬੱਚਾ। ਉਹ ਬਾਈ ਐਗਜ਼ਾਮਪਲ ਜਾਂ ਜਿੱਦਾਂ ਕੋਈ ਤੁਸੀਂ ਉਹ ਕਰੋ, ਈਵਨ ਨੁੱਕੜ ਨਾਟਕ ਵੀ ਕਹਿੰਦੇ ਹੋ ਤੁਸੀਂ, ਛੋਟੀ ਛੋਟੀ ਚੀਜ਼ਾਂ ਕਰੋ, ਐਕਟੀਵਿਟੀਜ਼ ਕਰੋ, ਕੁਝ ਵੀ ਕਰੋ ਇਨ ਅ ਵੈਰੀ ਸਟਲ ਵੇ, ਬੱਚੇ ਨੂੰ ਪਤਾ ਵੀ ਨਾ ਚੱਲੇ ਔਰ ਉਹ ਮੈਸੇਜ ਉਸ ਤੱਕ ਪਹੁੰਚ ਜਾਏ। ਸਮਝ ਰਹੇ? ਦੈਟ ਇਜ਼ ਵਾਟ ਆਈ ਵਾਂਟ। ਓਕੇ, ਪਰ ਆਈ ਥਿੰਕ ਬਾਰ-ਬਾਰ ਦਿਮਾਗ ਦੇ ਵਿੱਚੋਂ ਗੱਲ ਜਾਣੀ ਚਾਹੀਦੀ ਹੈ ਕਿਉਂਕਿ ਆਪਾਂ ਟੀਨੇਜ ਤੋਂ ਨਿਕਲੇ ਆ। ਜਦੋਂ ਟੀਨੇਜਰ, ਇਨਫੈਕਟ ਪੈਰੈਂਟਸ ਵੀ ਕਹਿਣ ਨਾ ਵੀ ਯੂ ਆਰ ਰੋਂਗ, ਉਹਨਾਂ ਨੂੰ ਲੱਗਦਾ ਹੈ ਪਤਾ ਨਹੀਂ ਸਾਨੂੰ ਕਿਉਂ ਰੋਕ। ਕਿਉਂਕਿ ਅੱਜ ਦੀ ਡੇਟ ਸੋਸ਼ਲ ਮੀਡੀਆ ਸਾਡੀ ਰਗਾਂ 'ਚ ਵੜਿਆ ਹੋਇਆ। ਅਸੀਂ ਸਾਨੂੰ ਕੁਝ ਵੀ ਲਿਖਿਆ ਹੋਏ ਗੂਗਲ, ਫੇਸਬੁੱਕ, ਇੰਸਟਾਗ੍ਰਾਮ, ਸਾਨੂੰ ਉਹ ਸੱਚ ਲੱਗਦਾ। ਆਈ ਐਗਰੀ। ਬੱਚਿਆਂ ਦੀ ਗੱਲ ਇੱਥੇ ਬਹੁਤ ਸਾਰੇ ਲੋਕੀ ਗੂਗਲ ਤੋਂ ਡਾਕਟਰ ਬਣੇ ਹੋਏ ਨੇ। ਹਾਂ, WebMD। ਇਹ ਇੱਕ ਵਾਰ ਮੈਂ ਆਪਣੇ ਫਾਦਰ ਨਾਲ ਗਈ ਸੀ, ਉਹਨਾਂ ਨੇ ਗੱਡੀ ਲੈਣੀ ਸੀ, ਗੋਡ ਬਲੈਸ ਹਿਮ। ਉੱਥੇ ਨਾ 2.5 ਸਾਲ ਦੀ ਕੁੜੀ ਸੀਗੀ। ਅੱਛਾ ਜੀ। ਉਹਦਾ ਫਾਦਰ ਬੜਾ ਖੁਸ਼ ਹੋ ਰਿਹਾ ਸੀ, ਆਹ ਦੇਖੋ ਜੀ ਭੈਣ ਜੀ, ਇਹ YouTube ਆਪਣੇ ਆਪ ਚਲਾ ਲੈਂਦੀ ਹੈ। ਵਾਟ ਵਾਸ ਸੋ ਗ੍ਰੇਟ ਅਬਾਊਟ ਇਟ? 5 ਸਾਲ ਦੀ ਉਮਰ ਤੋਂ ਰੱਬ ਜਾਣੇ ਕੀ ਦੇਖ ਰਹੀ ਹੋਏਗੀ YouTube 'ਚ। ਔਰ ਇਹ ਤੁਹਾਨੂੰ ਬੜੀ ਅੱਛੀ ਤਰ੍ਹਾਂ ਪਤਾ ਹੈ ਸੋਸ਼ਲ ਮੀਡੀਆ ਦਾ ਸਿਸਟਮ, ਕਿ ਇੱਕ ਵਾਰ ਤੁਸੀਂ ਇੱਕ ਚੀਜ਼ ਤੇ ਕਲਿੱਕ ਕਰਦੇ ਹੋ ਫਿਰ ਐਡਵਰਟਾਈਜ਼ਮੈਂਟ ਵੀ, ਪੌਪਅਪਸ ਵੀ ਉਸੇ ਸਬਜੈਕਟ ਤੇ ਆਉਂਦੇ ਆ। ਜੇ ਤੁਹਾਡਾ 6-7 ਸਾਲ ਦਾ ਬੱਚਾ ਪੋਰਨੋਗ੍ਰਾਫੀ ਦੇਖ ਰਿਹਾ YouTube ਤੇ, ਉਹਨੂੰ ਪਤਾ ਹੈ ਨਹੀਂ, ਉਹਨੂੰ ਇਹ ਪਤਾ ਹੈ ਕਿ ਇਹ YouTube ਤੇ ਹੈ ਤਾਂ ਮਸਟ ਬੀ ਓਕੇ। बहुत बहुत सारे पैरामीटर्स हैं जिनको स्टडी करना और जिनको प्रैक्टिकल फॉर्म में आगे लाना एक्सट्रीमली जरूरी है। ਬਿਲਕੁਲ। 30 ਇਅਰਸ ਦੇ ਵਿੱਚ ਆਈ ਐਮ ਸ਼ੋਰ ਹੁਣ ਜਦੋਂ ਸੋਸ਼ਲ ਮੀਡੀਆ ਆਇਆ ਤਾਂ ਤੁਹਾਡੇ ਕੋਲ ਕੇਸਿਸ ਉਸ ਤਰੀਕੇ ਦੇ ਜ਼ਿਆਦਾ ਆਉਣ ਲੱਗ ਗਏ ਜਾਂ ਫਿਰ ਸੇਮ ਹੀ ਸੀਗੇ ਸੋਸ਼ਲ ਮੀਡੀਆ ਕਰਕੇ? ਸੇਮ ਸੀ। ਸੋਸ਼ਲ ਮੀਡੀਆ ਨੇ ਨਾ ਇਹਨੂੰ ਥੋੜਾ ਜਿਹਾ ਆਸਾਨ ਕਰਤਾ ਹੈ। ਆਸਾਨ, ਓਕੇ।
ਕਿ ਚੀਜ਼ਾਂ ਲੋਕਾਂ ਦੀ ਇਨਫੋਰਮੇਸ਼ਨ ਇਕੱਠੀ ਪੋਜ਼ਿਟਿਵ ਸਾਈਡ ਇਜ਼ ਇਨਫੋਰਮੇਸ਼ਨ ਗੈਦਰ ਕਰਨੀ ਆਸਾਨ ਹੈ। ਤੁਸੀਂ ਲਾਜ਼ ਦੇ ਬਾਰੇ ਚ ਵੀ ਥੋੜਾ ਬਹੁਤ ਪੜ੍ਹ ਸਕਦੇ ਹੋ, मगर मिसयूज भी है। फिर बिल्कुल एक डॉक्सिंग वर्ड है जो ज्यादातर लोगों ने सुनया भी नहीं होता। आप किसी की भी फोटो, फोन नंबर या कोई भी पर्सनल डिटेल ओदी परमिशन के बगैर सोशल मीडिया ते नहीं डाल सकते, नहीं पा सकते ना, पाई जाते हैं लोग। कुछ ਇਹੋ ਜਿਹੇ ਕੇਸਿਸ ਵੀ ਹੈ ਜਿੱਥੇ ਕੁੜੀਆਂ ਸ਼ਾਇਦ ਅਸੀਂ ਦੇਖਦੇ ਹਾਂ ਵੀ ਹੈ ਨਾ ਬੜੀ ਫੈਮਿਨਿਸਟ ਬਣ ਕੇ ਕਈ ਵਾਰੀ ਬੜਾ ਕੁਝ ਕਰਦੀ ਹੈ ਨਾ, ਤੇ ਕੁਝ ਇਹੋ ਜਿਹਾ ਵੀ ਤੁਸੀਂ ਸੁਣਿਆ, ਦੇਖਿਆ ਜਾਂ ਡੀਲ ਕੀਤਾ ਜਦੋਂ ਤੁਹਾਨੂੰ ਲੱਗਿਆ ਵੀ ਕੁੜੀ ਗਲਤ ਹੈ, ਉਹ ਫਾਇਦਾ ਚੁੱਕ ਰਹੀ ਹੈ फीमेल होने का? वो तो 100% है। ये तो देखो कानून हर चीज का दुनिया च यूज भी है, मिसयूज भी है। इलेक्ट्रॉनिक मीडिया, सोशल मीडिया ला लो, ह्यूमन नेचर ला लो, जो मर्जी ला लो। जे कुड़ी नूं पता है, देखो जे एक मुंडा कुड़ी नूं कुछ भी नहीं कहता और कुड़ी जाके कह दिंदी है मैंने थप्पड़ मारिया, केस है। और जे कुड़ी थप्पड़ मार भी दे, वो जाके कहेगी इन्हें मैंने छेड़िया तां मैं थप्पड़ मारिया, राइट। सो बारीकी जे अंदर तक जाना, लॉज नूं थोड़ा जिहा स्ट्रोंग और स्ट्रिंजेंट बनाना, और ਉਹਦੇ ਲਈ ਲੋਕਾਂ ਦੇ ओपीनियन और कोई सर्वेज या कुछ करना बहुत ज़रूरी है। ये नहीं हो सकता कि जुडिशरी, पॉलिटिशियन या ब्यूरोक्रेट्स अपने दिमाग के हिसाब नाल कानून बनान, क्योंकि उन्हां दी बड़ी और रेरीफाइड जिंदगी है। दे हैव अ वेरी प्रोटेक्टेड लाइफ, देयर चिल्ड्रन आर सेफ होपफुली, ਤੇ ਉਹਨਾਂ ਨੂੰ ਕਨਸੈਪਟ ਹੀ ਨਹੀਂ ਹੈ। ਹੁਣ ਜੇ ਇੱਕ ਆਦਮੀ 2 ਲੱਖ ਰੁਪਏ ਮਹੀਨਾ ਕਮਾਉਂਦਾ ਹੈ, ਉਹਨੂੰ ਇਹ ਨਹੀਂ ਪਤਾ ਕਿ 20,000 ਰੁਪਏ ਮਹੀਨੇ 'ਚ ਕੋਈ ਘਰ ਕਿੱਦਾਂ ਚਲਾ ਸਕਦਾ। ਉਹਨੀ ਤਨਖਾਹ ਤੋਂ ਆਪਣੇ ਹੈਲਪਰਸ ਨੂੰ ਦੇ ਦਿੰਦੇ ਆ, ਤੇ ਜਦ ਉਹਨਾਂ ਨੂੰ ਉਹ ਕਨਸੈਪਟ ਹੀ ਨਹੀਂ ਹੈ ਤਾਂ ਹਾਊ ਕੈਨ ਦੇ ਅੰਡਰਸਟੈਂਡ ਸਾਹਮਣੇ ਵਾਲੇ ਦੀ ਪੇਨ। ਤੁਹਾਨੂੰ ਬੜੀ ਹੈਰਾਨੀ ਹੋ ਰਹੀ ਹੈ ਨਾ ਸਾਰੀ ਗੱਲਾਂ ਸੁਣ ਕੇ? ਬਹੁਤ ਜ਼ਿਆਦਾ, ਕਿਉਂਕਿ ਜੋ ਵੀ ਕੇਸਿਸ ਤੁਸੀਂ ਦੱਸੇ, ਅਸੀਂ ਹਮੇਸ਼ਾ ਜਦੋਂ ਵੀ ਇਹੋ ਜਿਹਾ ਕੁਛ ਪੜ੍ਹਦੇ ਹਾਂ, ਓਨੈਸਟਲੀ ਮੇਰੇ ਨਾਲ ਲੋਕ ਰਿਲੇਟ ਕਰਨਗੇ, ਅਸੀਂ ਕਹਿੰਦੇ ਹਾਂ ਗੋਡ ਬਲੈਸ them ਜਾਂ ਅਸੀਂ ਸਕਰੋਲ ਕਰਕੇ ਛੱਡ ਦਿੰਦੇ ਹਾਂ, ਬਟ ਵੀ ਨੈਵਰ ਥੋਟ ਕਿਸੇ ਆਪਣੇ ਨਾਲ ਜਾਂ ਇਨਫੈਕਟ ਖੁਦ ਨਾਲ ਵੀ ਇਹੋ ਜਿਹਾ ਕੁਛ ਹੋ ਸਕਦਾ ਹੈ। ਕਿਉਂਕਿ ਜਦ ਤੱਕ ਤੁਸੀਂ ਦੇਖ ਰਹੇ ਹੋ ਉਹ ਇੱਕ ਸਟੈਟਿਸਟਿਕਸ ਹੈ। ਤੁਹਾਡੀ ਤਕਲੀਫ ਉਦੋਂ ਸ਼ੁਰੂ ਹੋਏਗੀ ਜਦ ਪਰਮਾਤਮਾ ਨਾ ਕਰੇ ਤੁਹਾਡੇ ਖੁਦ ਨਾਲ ਜਾਂ ਤੁਹਾਡੇ ਕਿਸੇ ਜਾਣਕਾਰ ਦੇ ਨਾਲ ਕੋਈ ਮਾੜੀ ਜੀ ਵੀ ਗੱਲ ਹੋ ਜਾਏ, ਫਿਰ ਤੁਸੀਂ ਪੁਲਿਸ ਵਾਲੇ ਲੱਭੋਗੇ, ਕੰਟੈਕਟਸ ਲੱਭੋਗੇ, ਫੋਨ ਕਰਾਓਗੇ। मगर अदरवाइज बड़ा माड़ा होया इंस्टाग्राम ते देख के, न्यूज़ ते देख के। तो वाई आर यू नॉट अफेक्टेड फॉर अदर चिल्ड्रन? आई एग्री। ਤੁਸੀਂ ਪੁਲਿਸ ਸਟੇਸ਼ਨਸ ਨਾਲ ਜੁੜੇ ਹੋ ਇਨ ਜਨਰਲ, ਹੈ ਨਾ, ਵੈਸੇ ਤੁਸੀਂ ਖੁਦ ਡੀਲ ਕਰ ਰਹੇ ਹੋ, ਐਦਾਂ ਵੀ ਹੁੰਦਾ ਹੈ ਤੁਸੀਂ ਪਰਸਨਲੀ ਇਹ ਚੀਜ਼ ਫੀਲ ਕੀਤੀ ਹੈ ਕਿ, ਕਿਉਂਕਿ ਮੈਂ ਬਹੁਤ ਸੁਣਿਆ ਹੈ ਬੜੇ ਕਲੋਜ਼ ਲੋਕਾਂ ਤੋਂ, ਕਿਉਂਕਿ ਜਰਨਲਿਜ਼ਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਹੈਵ ਡੀਲ ਵਿਦ ਦਿਸ, ਕਿ ਜਦੋਂ ਤੁਸੀਂ ਗਏ ਹੋ ਜਾਂ ਸਪੈਸ਼ਲ ਕੋਈ XYZ ਇਨਸਾਨ ਗਿਆ, ਉਹਨੇ ਕਿਹਾ ਵੀ ਮੇਰੇ ਨਾਲ ਇਹੋ ਜਿਹਾ ਕੁਛ ਹੋਇਆ ਹੈ, ਸੋ ਅੱਗੋਂ ਪੁਲਿਸ ਵਾਲਿਆਂ ਦਾ ਵੀ ਕੁਛ ਇਹੋ ਜਿਹਾ ਰਿਐਕਸ਼ਨ ਹੁੰਦਾ ਹੈ, ਸਪੈਸ਼ਲੀ ਇਨ ਇੰਡੀਆ ਵੀ ਤੁਹਾਡੀ ਗਲਤੀ ਹੋਣੀ ਹੈ, ਯੂਰ ਅ ਗਰਲ, ਤੂੰ ਛੋਟੇ ਕੱਪੜੇ ਪਾਏ ਹੋਣੇ ਆ। ਦੇਖੋ ਉਹਨਾਂ ਦੇ ਅੰਦਰ ਨਾ ਡਿਫਾਲਟ ਸੈਟਿੰਗ ਹੈ ਦੂਜੇ ਵਾਲੇ ਦੀ ਗਲਤੀ ਕੱਢਣਾ। ਓਕੇ, ਬਿਲਕੁਲ, ਮੈਂ ਤਾਂ ਇਹ ਦੇਖਿਆ ਹੈ। ਮਤਲਬ ਬੜਾ ਆਸਾਨ ਹੈ ਕਿਸੇ ਨੂੰ ਵੀ ਬਲੇਮ ਕਰਨਾ, ਔਰ ਜਿੱਦਾਂ ਅੱਜ ਕੱਲ ਥੋੜਾ ਮਿਸਯੂਜ਼ ਆਫ ਲਾਅ ਹੁੰਦਾ ਹੈ, ਹਾਂ ਉਹ ਵੀ ਗੱਲ ਤੇ ਹੈ, ਉਹ ਵੀ ਥੋੜਾ ਵਿਦ ਪਿੰਚ ਆਫ ਸਾਲਟ ਲੈਂਦੇ ਆ ਕਿ ਜਦ ਤੱਕ ਸਾਡੇ ਕੋਲ ਪ੍ਰੂਫ ਨਹੀਂ ਹੈ ਅਸੀਂ ਕਿੱਦਾਂ ਮੁੰਡੇ ਨੂੰ ਜਾਂ ਕੁੜੀ ਨੂੰ ਗਲਤ ਕਹਿ ਸਕਦੇ। ਐਂਡ ਜੇ ਉਹ ਵਾਕਈ ਦੇ ਵਿੱਚ ਵਿਕਟਮ ਹੈ ਤਾਂ ਉਹ ਕਿੰਨੀ ਬੁਰੀ ਗੱਲ ਹੈ ਕਿ ਉਸ ਨੂੰ ਕਾਉਂਸਲ ਕਰਨਾ ਹੈ ਐਂਡ ਯੂ ਆਰ ਜਸਟ ਲਾਈਕ ਮੇਕਿੰਗ ਫਨ। ਯੈਸ, ਇਸ ਲਈ ਮੈਂ ਉਹ ਸਮਟਾਈਮਸ ਓਵਰ ਅ ਪੀਰੀਅਡ ਆਫ ਟਾਈਮ ਪੁਲਿਸ ਨਾਲ ਵੀ ਜੈਂਡਰ ਸੈਂਸਿਟਾਈਜੇਸ਼ਨ ਤੇ ਮੈਂ ਉਹਨਾਂ ਦੇ ਨਾਲ ਐਕਟੀਵਿਟੀਜ਼ ਕਰਦੀ ਹਾਂ। ਕਿਉਂਕਿ ਮੈਂ ਇੱਕ ਵਾਰ ਇੱਕ ਗਰੁੱਪ ਨੂੰ ਪੁੱਛਿਆ ਸੀ, ਮੈਂ ਕਿਹਾ ਇਫ you go home get drunk and fight with your wife, ਅਗਲੇ ਦਿਨ ਥਾਣੇ ਚ ਆ ਕੇ ਤੁਸੀਂ ਪਿਆਰ ਔਰ ਇੱਜ਼ਤ ਨਾਲ ਕਿੱਦਾਂ ਕਿਸੇ ਵਿਕਟਮ ਨਾਲ ਗੱਲ ਕਰ ਸਕਦੇ ਹੋ? ਜੇ ਤੁਹਾਡੇ ਅੰਡਰ ਉਹ ਨੇਚਰ ਹੀ ਉਹ ਹੈ ਕਿ ਤੁਸੀਂ ਗੁੱਸਾ ਕਰਨਾ ਹੈ, ਔਰਤ ਨੂੰ ਨੀਵਾਂ ਸਮਝਣਾ ਹੈ, ਜੇ ਤੁਸੀਂ ਆਪਣੇ ਘਰ 'ਚ ਹੀ ਇਦਾਂ ਕਰ ਰਹੇ ਹੋ ਤਾਂ ਬਾਹਰ ਤੁਸੀਂ ਕਿੱਦਾਂ ਕਿਸੇ ਨਾਲ ਡੀਲ ਕਰੋਗੇ? ਬਟ ਰੇਨੂ ਜੀ, ਮਸਟ ਸੇ, ਕਿਉਂਕਿ ਤੁਸੀਂ ਕਿੰਨੇ ਸਾਰੇ ਪੁਲਿਸ ਸਟੇਸ਼ਨਸ ਨਾਲ ਜੁੜੇ ਹੋਏ ਹੋ, ਹੈ ਨਾ, ਉੱਥੇ ਜਾਂਦੇ ਹੋ, ਤੁਹਾਨੂੰ ਬੁਲਾਉਂਦੇ ਆ, ਬਟ ਵਨ ਥਿੰਗ ਤੁਸੀਂ ਆਲਰੇਡੀ ਮੈਂਸ਼ਨ ਕਰ ਚੁੱਕੇ ਹੋ ਵੀ ਪੁਲਿਸ ਵਾਲੇ ਵੀ ਹਰਾਸ ਕਰਦੇ ਆ ਵਿਕਟਮਸ ਨੂੰ। ਇਟਸ ਸੋ ਬਲੰਟ ਆਫ ਯੂ। ਇਸੇ ਲਈ ਲੋਕਾਂ ਨੂੰ ਮੇਰੇ ਨਾਲ ਪ੍ਰੋਬਲਮ ਹੈ, ਕਿਉਂਕਿ ਜੋ ਇਦਾਂ ਦਾ ਕੋਈ ਵੀ ਕੁਝ ਕਰਦਾ है तो आई स्ट्रेट अवे गो टू द अथॉरिटी और उनसे बात शेयर कर लेती हूँ मैं। फिर जे किसी का एक्शन होंदा या कुछ होंदा है फिर उन्होंने मैं माड़ी लगती है। बट मैं कभी किसी भी सिविलियन होए, पुलिस ऑफिसर होए, जो मर्जी होए, बच्चे किस नूं कोई तंग करेगा तो मैं तो फिर वो पंजाबी च कहंदे ना बुरे दे घर तक लैके जाऊंगी। मैं नहीं छड्डदी किसी नूं। जे कोई किसी बच्चे नूं या कुड़ी ईवन
ਅਡਲਟ ਕੁੜੀ ਨੂੰ ਕੋਈ ਹੈਰਸ ਕਰ ਰਿਹਾ था। ਪਤਾ ਨਹੀਂ ਤੁਹਾਡੇ ਕੋਲ ਕਿੰਨੇ ਹੀ ਕੇਸਸ ਹੋਣਗੇ ਹੈ ਨਾ ਜਿਹੜੇ ਹੌਂਡ ਨਹੀਂ ਕਰਦੇ ਤੁਹਾਨੂੰ ਜਦੋਂ ਇਕੱਲੇ ਹੁੰਦੇ ਹੋ, ਲੱਗਦਾ ਨਹੀਂ ਕਿ ਯਾਰ ਵਾਟ ਐਮ ਆਈ ਡੂਇੰਗ, ਐਂਡ ਉਹ ਚੀਜ਼ਾਂ ਵੀ ਕਿਸੇ ਨਾਲ ਹੋਈ ਹੈ। ਚਲੋ ਤੁਸੀਂ ਬਲੈਸਡ ਹੋ ਵੀ ਰੱਬ ਨੇ ਤੁਹਾਨੂੰ ਚੁਣਿਆ ਇਹਨਾਂ ਚੀਜ਼ਾਂ ਲਈ, ਪਰ ਪਰਸਨਲੀ ਆਈ ਐਮ ਸ਼ੋਰ ਸਟਾਰਟਿੰਗ ਦੇ ਵਿੱਚ ਤੁਹਾਨੂੰ ਬਹੁਤ ਦਿੱਕਤ ਹੁੰਦੀ ਹੋਣੀ ਇਸ ਚੀਜ਼ ਤੋਂ ਨਿਕਲਣ ਲਈ। ਨਹੀਂ ਪਤਾ ਕੀ ਹੈ, ਜਦੋਂ ਤੁਸੀਂ ਇੱਕ ਫੈਸਲਾ ਕਰ ਲਿਆ ਨਾ ਕਿ ਤੁਸੀਂ ਇਸ ਰਾਹ ਤੇ ਚੱਲਣਾ ਹੈ, ਫਿਰ ਰਸਤੇ 'ਚ ਰੋੜੇ ਆਉਣ, ਪਹਾੜ ਆਉਣ, ਤੁਹਾਡੇ ਤੇ ਅਸਰ ਹੋਣਾ ਬੰਦ ਹੋ ਜਾਂਦਾ ਹੈ। ਤੁਹਾਡੀ ਥਾਟਸ ਉਹ ਸਟਰੋਂਗ ਔਰ ਪੋਜ਼ਿਟਿਵ ਇਸ ਤਰੀਕੇ ਨਾਲ ਹੋ ਜਾਂਦੀਆਂ ਕਿ ਜੇ ਕੋਈ ਸਿਵਿਲੀਅਨ, ਪੋਲੀਟੀਸ਼ੀਅਨ, ਪੁਲਿਸ ਆਫਿਸਰ ਜੇ ਕੋਈ ਵੀ ਗਲਤ ਹੈ ਤੇ ਐਟਲੀਸਟ ਮੈਂ ਤਾਂ ਚੁੱਪ ਰਹਿ ਨਹੀਂ ਸਕਦੀ, ਮੈਂ ਤਾਂ ਰੈਲੇਵੈਂਟ ਅਥਾਰਟੀ ਨਾਲ ਗੱਲ ਕਰਕੇ ਉਹ ਮੁੱਦਾ ਚੁੱਕਦੀ ਹੀ ਚੁੱਕਦੀ ਹਾਂ। ਔਰ ਜੇ ਮੈਂ ਲੋਕਾਂ ਨੂੰ ਵਿਲਨ ਲੱਗਦੀ ਹਾਂ ਤਾਂ ਥੈਂਕ ਯੂ, नो इश्यूज। फैमिली कितनी सपोर्टिव है? फैमिली ने किया नहीं भी? एक्सट्रीमली सपोर्टिव, नाइस, एक्सट्रीमली प्राउड। कुछ है जी गल मेंशन करना चाਹੁੰਦੇ ਹੋ ਜੋ ਆਪਾਂ ਇਸ ਪੋਡਕਾਸਟ ਦੇ ਵਿੱਚ ਕਵਰ नहीं कर पाए? सबसे सेंसिटिव सब्जेक्ट जो शायद बहुत कम जगह वो होता है, सेमिनार्स वगैरह वो सब होते हैं मगर उन्होंने एक्चुअली प्रैक्टिकल फॉर्म देना थोड़ा जिहा लिमिटेड है हले। एक शब्द है मानव तस्करी, ह्यूमन ट्रैफिकिंग। ओके, ਤੁਸੀਂ ਕਦੀ ਸੁਣਿਆ ਹੋਏਗਾ ਕਿ ਜਿੱਦਾਂ ਜੈਂਡਰ ਰੇਸ਼ੋ ਖਰਾਬ ਹੋ ਜਾਂਦੀ ਹੈ, ਮੁੰਡੇ ਮੁੰਡੇ ਕੁੜੀ ਨਹੀਂ ਲੱਭ ਰਹੀ, ਪਹਿਲਾਂ ਅਸੀਂ ਮਾਰ ਲੈਂਦੇ ਆ ਫਿਰ ਕੁੜੀਆਂ ਘਟ ਜਾਂਦੀਆਂ, ਫਿਰ ਇਹ ਲੋਕ ਦੂਸਰੇ ਸਟੇਟਸ ਤੋਂ ਕੁੜੀ ਨੂੰ ਲਿਟਰਲੀ ਖਰੀਦ ਕੇ ਲੈ ਕੇ ਆਉਂਦੇ ਆ ਔਰ ਇੱਕ ਇੱਕ ਪਰਿਵਾਰ ਚ ਪੰਜ ਪੰਜ ਚਾਰ ਚਾਰ ਭਰਾਵਾਂ ਨਾਲ ਪਿਓ ਨਾਲ ਉਸ ਕੁੜੀ ਨੂੰ ਸੈਕਸ਼ੂਅਲ ਰਿਲੇਸ਼ਨ ਬਣਾਉਣੇ ਪੈਂਦੇ ਆ। ਚਾਈਲਡ ਮੈਰਿਜ ਪਹਿਲਾਂ ਤਾਂ ਲਿਟਰਲੀ ਥਾਲੀ 'ਚ ਬਿਠਾ ਕੇ ਫੇਰੇ ਹੋ ਜਾਂਦੇ ਸੀ, ਹੁਣ ਵੀ ਇੱਕ ਪ੍ਰੋਪਰ ਚਾਈਲਡ ਮੈਰਿਜ ਐਕਟ ਹੈ, ਜੁਵੈਨਲ ਜਸਟਿਸ ਐਕਟ। ਕਿਉਂ ਹੈ ਇਹ ਚੀਜ਼ਾਂ ਹੋ ਰਹੀਆਂ ਨਾ ਹੱਲੇ, ਇਸ ਛੋਟੀ ਜਿਹੀ 8-9 ਸਾਲ ਦੀ ਕੁੜੀ ਦੀ ਤੁਸੀਂ ਸ਼ਾਦੀ ਕਰਦੇ ਹੋ ਔਰ 13-14 ਸਾਲ ਤੇ ਉਹਨੂੰ ਭੇਜਦੇ ਹੋ ਤੇ 30 ਸਾਲ 35 ਸਾਲ ਦੀ ਉਮਰ ਤੱਕ ਤਾਂ ਉਹ ਗ੍ਰੈਂਡ ਮਦਰ ਬਣ ਜਾਏਗੀ ਔਰ ਜੋ ਉਹਦੀ ਬॉडी ਦੀ ਜੋ ਹਾਲਤ ਹੋਏਗੀ ਉਹ ਟੌਪਿਕ ਅਲੱਗ ਹੈ। अब इस तस्करी ਦੇ ਵਿੱਚ ਚਾਈਲਡ ਮੈਰਿਜ ਆ ਗਿਆ, ਕਿਡਨੈਪਿੰਗ ਆ ਗਈ, ਸੈਕਸ਼ੂਅਲ ਅਬਿਊਜ਼ ਲਈ ਕੁੜੀਆਂ ਲੈ ਕੇ ਆਣਾ, ਇਹ ਵੀ ਬॉयਜ਼ ਵੀ। ਹੁਣ ਰੀਸੈਂਟਲੀ ਇੱਥੇ ਇੱਕ ਘਟਨਾ ਹੋਈ ਸੀ ਇੱਧਰ ਰਾਮਗੜ੍ਹ ਕੋਲ ਪੰਚਕੂਲਾ 'ਚ, ਪੁਲਿਸ ਵਾਲਿਆਂ ਨੂੰ ਇੱਕ ਕੁੜੀ ਲੱਭੀ, ਇਹ ਤਾਂ ਹੁਣੇ ਆਈ ਥਿੰਕ ਲਾਸਟ ਈਅਰ ਦਸੰਬਰ ਦਾ ਕੇਸ ਹੈ। ਸੜਕ ਤੇ ਕੁੜੀ ਤੁਰੀ ਫਿਰ ਰਹੀ ਹੈ ਬਿਲਕੁਲ ਨਸ਼ੇ 'ਚ, ਫਟੇ ਹੋਏ ਕੱਪੜੇ, ਪੁਲਿਸ ਉਹਨੂੰ ਲੈ ਆਈ, ਹਸਪੀਟਲ ਲੈ ਕੇ ਗਏ, ਉਹਦਾ ਮੈਡੀਕਲ ਚੈੱਕਅਪ ਜੋ ਵੀ ਹੋਇਆ, ਇਹ ਕਿਹਾ ਗਿਆ ਕਿ ਉਹ ਮਾਈਨਰ ਚਾਈਲਡ ਹੈ, ਮਤਲਬ ਨਾਬਾਲਿਗ ਹੈ ਔਰ ਬਹੁਤ ਦੇਰ ਤੱਕ ਉਹਦੀ ਟ੍ਰੀਟਮੈਂਟ ਨੂੰ ਵੀ ਡਿਲੇ ਕੀਤਾ ਗਿਆ, ਥੈਂਕ ਯੂ ਟੂ ਜੋ ਵੀ ਅਥਾਰਟੀਜ਼ ਇਨਵੋਲਵਡ ਸੀਗੀਆਂ। ਤੇ ਅਲਟੀਮੇਟਲੀ ਤੁਹਾਡੇ ਵਾਲੀ ਗੱਲ, ਮੇਰਾ ਦਿਮਾਗ ਖਰਾਬ ਹੋ ਗਿਆ। ਮੈਂ ਚੁੱਕੇ ਜੋ ਵੀ ऑफिशियल्स ਪੋਲੀਟੀਕਲੀ ਇੱਧਰ ਉੱਧਰ ਮੈਂ 2-3 ਫੋਨ ਕਰਤੇ ਸਵੇਰੇ ਸਵੇਰੇ ਜਾਂਦੇ ਹੀ, ਜਿੰਨੇ ਵੀ ਰੈਲੇਵੈਂਟ ਲੋਕ ਸੀ ਜੁਡੀਸ਼ਰੀ ਤੋਂ, ਪੋਲੀਟੀਸ਼ੀਅਨਸ, ਸਾਰੇ ਆ ਗਏ ਕਿ ਇਹਨੇ ਤਾਂ ਰੌਲਾ ਪਾਤਾ। 2 ਘੰਟੇ 'ਚ ਉਸ ਕੁੜੀ ਦੇ ਡਾਕੂਮੈਂਟਸ ਬਣੇ, ਸਭ ਕੁਝ ਹੋਇਆ। ਉਹਨੂੰ ਚੰਡੀਗੜ੍ਹ ਜਾ ਕੇ, ਇਹ ਯਾਦ ਰੱਖੋ ਕਿ ਉਹ ਕਹਿ ਰਹੇ ਕਿ ਕੁੜੀ ਨਾਬਾਲਿਗ ਹੈ, ਕਾਗਜ਼ ਤੇ ਲਿਖਿਆ ਹੈ ਕਿ ਕੁੜੀ ਨਾਬਾਲਿਗ ਹੈ। ਉਸ ਕੁੜੀ ਨੂੰ ਚੰਡੀਗੜ੍ਹ ਐਡਮਿਟ ਕਰਾਇਆ ਗਿਆ। ਬਿਲੀਵ ਮੀ, ਅਗਲੇ ਦਿਨ ਸਵੇਰੇ ਕੁੜੀ ਬਿਲਕੁਲ ਨਾਰਮਲ, 20 ਸਾਲ ਦੀ ਕੁੜੀ ਸੀ, ਮੈਰਿਡ ਸੀ, ਉੱਤਰਾਖੰਡ ਤੋਂ ਚੁੱਕ ਕੇ ਲਿਆਇਆ ਸੀ ਕੋਈ, ਫਾਦਰ ਇਨ ਲਾਅ ਨਾਲ ਲੜਾਈ ਹੋ ਗਈ ਸੀ ਤੇ ਹੈਡ ਇੰਜਰੀ ਹੋ ਗਈ ਤੇ ਉਹ ਘਰੋਂ ਨਿਕਲ ਗਈ। ਇੱਥੇ ਲਿਆ ਕੇ ਉਹ ਲਿਟਰਲੀ ਚਿੱਟਾ ਦੋ ਟਿੱਕਾ ਲਗਾਓ ਐਦਾਂ ਬੋਲ ਰਹੀ ਸੀ। ਹੁਣ ਇੱਕ ਕੁੜੀ ਜੋ ਜਿਹਨੂੰ ਤੁਸੀਂ ਨਾਬਾਲਿਗ ਕਹਿ ਰਹੇ ਹੋ, ਉਹ ਕੁੜੀ ਸ਼ਾਦੀशुदा ਵੀ ਹੈ, ਉਹਦਾ ਸਾਰਾ ਕੁਝ ਮਤਲਬ 2 ਦਿਨ 'ਚ ਠੀਕ ਹੋ ਗਈ ਕੁੜੀ। ਉਹਦੇ ਪੇਰੈਂਟਸ ਆਧਾਰ ਕਾਰਡ ਵਗੈਰਾ ਸਭ ਡਾਕੂਮੈਂਟਸ ਲੈ ਕੇ ਆ ਗਏ, ਕੁੜੀ ਨੂੰ ਘਰ ਲੈ ਗਏ। ਮਗਰ ਇੱਥੇ ਦੀ ਅਥਾਰਟੀਜ਼ ਉਹਨੂੰ ਨਾਬਾਲਿਗ ਇੱਥੇ ਰੱਖੋ, ਇਸ ਇੰਸਟੀਚਿਊਟ 'ਚ ਰੱਖੋ, ਕੋਈ ਟ੍ਰੀਟਮੈਂਟ ਨਹੀਂ, ਕੋਈ ਸਾਈਕੈਟ੍ਰਿਕ ਇਵੈਲੂਏਸ਼ਨ ਨਹੀਂ, ਤੇ ਫਿਰ ਐਦਾਂ ਹੀ ਰੁਲਦੇ ਆ ਨਾ ਬੱਚੇ। ਐਦਾਂ ਹੀ ਤੁਸੀਂ ਕਿਸੇ ਮੁੰਡੇ ਨੂੰ ਵੀ ਚੁੱਕ ਕੇ ਲਿਆ ਸਕਦੇ ਹੋ, ਇੱਥੋਂ ਚੁੱਕ ਕੇ ਦਿੱਲੀ ਜਾ ਕੇ ਵੇਚ ਦਿਓ, ਬੰਧੂਆ ਮਜ਼ਦੂਰ, ਚਾਈਲਡ ਲੇਬਰ, ਲਿਟਰਲੀ। ਲੋਕੀ ਆਪਣੇ ਘਰਾਂ 'ਚ ਕੁੜੀਆਂ ਮੁੰਡਿਆਂ ਨੂੰ ਰੱਖ ਕੇ, ਦਿੱਲੀ ਜੈਸੇ ਸ਼ਹਿਰ 'ਚ, ਬਾਕੀ ਤਾਂ ਮੈਂ ਕੀ ਕਰਾਂ, ਕੰਮ ਤਾਂ ਘਰ ਦਾ ਕਰਾਉਣਗੇ, ਉਸ ਘਰ ਦੇ ਆਦਮੀ ਉਸ ਮੁੰਡੇ ਨੂੰ ਵੀ ਜਾਂ ਕੁੜੀ ਨੂੰ ਵੀ ਸੈਕਸ਼ੂਅਲੀ ਵੀ ਉਹ ਕਰਦੇ ਆ ਅਸੌਲਟ।
ਔਰ ਬਹੁਤ ਗੰਦੇ ਤਰੀਕੇ ਨਾਲ। ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਕੁਝ ਇਹਦੇ ਬਾਰੇ ਚ ਕੁਝ ਕੀਤਾ ਜਾਏ, ਪੁਲਿਸ ਔਰ ਜੁਡੀਸ਼ਰੀ ਦੇ ਨਾਲ ਨੂੰ ਰਿਕੁਐਸਟ ਕਰਕੇ ਜਾਂ ਉਹਨਾਂ ਨਾਲ ਜੁੜ ਕੇ ਕੋਈ ਪ੍ਰੋਸੈਸ ਇਨੀਸ਼ੀਏਟ ਕੀਤਾ ਜਾਏ, ਕਿਉਂਕਿ ਇਹ ਸਾਰੀ ਚੀਜ਼ਾਂ ਕੰਬਾਈਨ ਹੋ ਗਈਆਂ ਨਾ। ਦੇਖੋ, ਰੇਪ ਵੀ ਆ ਗਿਆ, ਕਿਡਨੈਪਿੰਗ ਵੀ ਆ ਗਈ, ਚਾइल्ड लेबर भी आ गया, ਸੈਕਸ਼ੂਅਲ ਅਸੌਲਟ ਵੀ ਆ ਗਿਆ, ਡਰੱਗ ਅਬਿਊਜ਼ ਵੀ ਆ ਗਿਆ, ਸਾਰੀ ਚੀਜ਼ਾਂ ਇਸ ਟੌਪਿਕ ਦੇ ਵਿੱਚ ਕਵਰ ਹੋ ਗਈਆਂ। ਮਗਰ ਫੇਰ ਉਹੀ ਗੱਲ ਹੈ, ਹਰ ਚੀਜ਼ ਦੇ ਲਈ ਅਲੱਗ-ਅਲੱਗ ਡਿਪਾਰਟਮੈਂਟ ਹੈ, ਮਿਲ ਕੇ ਅਸੀਂ ਕੰਮ ਨਹੀਂ ਕਰਨਾ। 10 ਲੋਕਾਂ ਦਾ ਡੇਟਾ ਤੁਹਾਡੇ ਕੋਲ ਹੈ, 10 ਦਾ ਇਹਨਾਂ ਕੋਲ ਹੈ, ਆਪਸ ਚ ਸ਼ੇਅਰ ਨਹੀਂ ਕਰੋਗੇ। ਦੂਜੀ ਕੰਟਰੀ 'ਚ ਤੁਸੀਂ ਜਾਓ, ਇੱਕ ਦੰਦ ਲੱਭਦੇ ਕਿਸੇ ਦਾ, ਡੈਂਟਲ ਰਿਕਾਰਡਸ ਤੋਂ ਉਹ ਵਿਕਟਿਮ ਨੂੰ ਜਾਂ ਜਿਹਨੂੰ ਵੀ ਲੋਕੇਟ ਕਰ ਲੈਂਦੇ ਆ, ਫਿੰਗਰਪ੍ਰਿੰਟਸ ਐਵਰੀਥਿੰਗ। ਇੱਥੇ ਉਹ ਲੈਵਲ ਤਾਂ ਆਉਂਦਾ ਹੈ ਜੇ ਇੱਕ ਤਾਂ ਹਾਈ ਪ੍ਰੋਫਾਈਲ ਹੋ ਜਾਂ ਬਹੁਤ ਮੀਡੀਆ 'ਚ ਆ ਜਾਏ, ਫਿਰ ਉਹ ਭਜਦੇ ਆ ਫੋਰੈਂਸਿਕ ਵਾਲਿਆਂ ਦੇ ਪਿੱਛੇ। ਫੋਰੈਂਸਿਕ ਡਿਪਾਰਟਮੈਂਟ ਤਾਂ ਆਪਣਾ ਕੰਮ ਕਰਦਾ ਹੈ, ਉਹਨਾਂ ਨੂੰ ਕੋਈ ਕੰਮ ਕਹੇਗਾ ਤਾਂ ਕਰਨਗੇ ਨਾ। ਇੰਨੀ ਜੋ ਅਸੀਂ ਅੱਜ ਗੱਲਬਾਤ ਕੀਤੀ ਹੈ, ਅਲੱਗ-ਅਲੱਗ ਟੌਪਿਕਸ, ਲੇਕਿਨ ਉਹ ਮਿਲ ਜੁਲ ਕੇ ਕਿਤੇ ਨਾ ਕਿਤੇ ਇੱਕ ਹੀ ਟੌਪਿਕ ਤੇ ਆ ਜਾਂਦੇ ਆ ਵੀ ਕੁੜੀਆਂ, ਬੱਚੇ, ਮੁੰਡੇ, ਇਹਨਾਂ ਨੂੰ ਫਿਜ਼ੀਕਲੀ, ਸੋਸ਼ਲੀ ਔਰ ਮੈਂਟਲੀ ਸੇਫ ਰੱਖਣਾ ਬਹੁਤ ਜ਼ਰੂਰੀ ਹੈ। ਔਰ ਜੋ ਤੁਸੀਂ ਮੈਨੂੰ ਬਾਰ-ਬਾਰ ਇੱਕ ਸਵਾਲ ਪੁੱਛਿਆ ਕਿ ਤੁਹਾਨੂੰ ਐਸਾ ਨਹੀਂ ਲੱਗਦਾ, ਤੁਹਾਨੂੰ ਐਸਾ ਨਹੀਂ ਲੱਗਦਾ, ਮੇਰਾ ਕਹਿੰਦੇ ਨਾ ਮੁੱਕਦੀ ਗੱਲ ਇੱਕੋ ਹੀ ਸੈਂਟੈਂਸ ਹੈ, किसी ਨੂੰ ਤਾਂ ਕਰਨਾ ਹੈ ਨਾ, किसी को तो वो कहते हैं इनिशिएटिव लेना पड़ेगा, somebody has to take that first step। ਉਹ ਕਹਿੰਦੇ ਨਾ ਤੈਰਨਾ ਸਿੱਖਣਾ ਹੈ, ਪਾਣੀ 'ਚ ਪੈਰ ਤਾਂ ਪਾਣਾ ਪੈਣਾ। ਔਰ ਮੈਂ ਤਾਂ ਪੂਰਾ ਹੀ ਖੁਦ ਹੀ ਵੜ ਗਈ ਪਾਣੀ 'ਚ, ਤੇ ਹੁਣ ਉਹ ਕਹਿੰਦੇ ਜੋ ਹੋਏਗਾ ਦੇਖੀ ਜਾਏਗੀ। Thank you so much. I know this is a battle, ਜਦ ਤੱਕ ਜਿੰਦਾ ਹੈ ਫਾਈਟ ਕਰੂੰਗੀ। ਥੈਂਕ ਯੂ ਫॉर एवरीथिंग। ਤੁਸੀਂ ਕਹਿ ਰਹੇ ਹੋ ਕਿ ਮੀਡੀਆ ਤੁਹਾਨੂੰ ਬਹੁਤ ਸਪੋਰਟ ਕਰਦੀ ਹੈ। ਮੀਡੀਆ ਇਸੇ ਸਪੋਰਟ ਕਰਦੀ ਹੈ ਬਿਕਾਜ਼ ਯੂ ਆਰ ਆਲਵੇਜ਼ ਅਵੇਲੇਬਲ। ਕਿਉਂ? ਕਿਉਂਕਿ ਜੋ ਮਰਜ਼ੀ ਟਾਈਮ ਤੇ ਤੁਸੀਂ ਤੁਹਾਨੂੰ ਫੋਨ ਕਰੋ, ਯੂ ਆਰ ਅਵੇਲੇਬਲ ਕਿ ਨਹੀਂ, ਇਟਸ ਓਕੇ। ਜਦੋਂ ਕੋਈ ਇਨਸਾਨ ਇੰਨੀ ਵੱਡੀ ਪੇਨ ਲੈ ਕੇ ਹੈਲਪ ਕਰ ਹੀ ਰਿਹਾ ਤਾਂ ਆਈ ਥਿੰਕ ਮੀਡੀਆ ਇਜ਼ ਨਾਟ ਅ ਬਿਗ ਡੀਲ ਫॉर ਯੂ। ਉਹਨਾਂ ਨਾਲ ਗੱਲਬਾਤ ਕਰਨਾ ਇਹ ਲੋਕ ਕਹਿੰਦੇ ਆ ਮੀਡੀਆ ਗਲਤ ਹੈ, ਆ ਕਰਦਾ ਉਹ ਕਰਦਾ, ਬਟ ਦੇਖੋ ਜੇ ਮੇਰਾ ਪੋਜ਼ਿਟਿਵ ਐਕਸਪੀਰੀਅੰਸ ਹੈ ਮੀਡੀਆ ਦੇ ਨਾਲ, ਤਾਂ ਆਈ ਐਮ ਪ੍ਰਾਊਡ, ਆਈ ਐਮ ਹੈਪੀ। ਥੈਂਕ ਯੂ ਸੋ ਮਚ ਫॉर एवरीथिंग। ਤੁਸੀਂ ਬਹੁਤ 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 ਜ਼ਿਆਦਾ ਕੰਟਰੀਬਿਊਟ ਕਰ ਰਹੇ ਹੋ ਸੋਸਾਇਟੀ ਦੇ ਲਈ, ਐਂਡ ਥੈਂਕ ਯੂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵੀ। ਇਹ ਜਿਹੜੀ ਗੱਲਬਾਤ ਹੈ ਨਿਊਜ਼ੀਲੈਂਡ ਦੇ ਵਿੱਚ ਲੋਕੀ ਸੁਣਨਗੇ, ਐਂਡ ਆਮ ਵੈਰੀ ਸ਼ੋਰ ਵੀ ਕਿਸੇ ਦਾ ਥਾਟ ਪ੍ਰੋਸੈਸ ਤਾਂ ਜ਼ਰੂਰ ਚੇਂਜ ਹੋਊਗਾ। थैंक यू सो मच फॉर टेकिंग द टाइम, एंड जो भी किसी भी टाइम वक्त कट के इस सारी डिस्कशन ਨੂੰ सुन रहे हैं और देख रहे हैं, गॉड ब्लेस यू, थिंक अबाउट इट। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਇਸੀ ਮੇਰੇ ਨਾਲ ਰੇਨੂ ਮਾਥੁਰ ਜੋ ਕਿ ਗ੍ਰੀਫ ਕਾਉਂਸਲਰ ਹੈ। ਇੰਡੀਆ ਦੇ ਵਿੱਚ ਸ਼ਾਇਦ ਕਨਸੈਪਟ ਵੀ ਨਹੀਂ ਹੈ, ਬਟ ਸ਼ੀ ਇਜ਼ ਡੂਇੰਗ ਹਰ ਬੈਸਟ ਕਿ ਜਿੰਨੇ ਵੀ ਲੋਕ ਰੇਪ ਵਿਕਟਿਮਸ ਜਾਂ ਚਾਈਲਡ ਟ੍ਰੈਫਿਕਿੰਗ ਦੀ ਅਸੀਂ ਗੱਲ ਕੀਤੀ, ਕਿਸੇ ਵੀ ਚੀਜ਼ ਦਾ ਸ਼ਿਕਾਰ ਹੈ ਨਾ, ਉਹਨਾਂ ਨੂੰ ਇੱਕ ਕਾਉਂਸਲਿੰਗ ਦੇ ਰਹੇ ਨੇ। ਬਹੁਤ ਵੱਡੀ ਗੱਲ ਹੈ, ਜਿੱਥੇ ਅੱਜ ਕੱਲ੍ਹ ਮੈਂਟਲ ਹੈਲਥ ਦੀ ਗੱਲ ਜ਼ਰੂਰ ਹੁੰਦੀ ਹੈ ਪਰ ਉਸ 'ਤੇ ਕੋਈ ਕਿਸੇ ਤਰੀਕੇ ਦਾ ਸਟੈਪ ਨਹੀਂ ਲਿਆ ਜਾਂਦਾ। ਅਸੀਂ ਸਿਰਫ ਖੁਦ ਦੇ ਲਈ ਹੀ ਸੋਚ ਸਕਦੇ ਹਾਂ, ਬਟ ਆਈ ਐਮ ਲੱਕੀ, ਬਲੈਸਡ and trying my level best ਕਿ ਮੈਂ ਜੇ ਲੋਕਾਂ ਦੇ ਨਾਲ ਤੁਹਾਨੂੰ ਹੋਰ ਰੂਬਰੂ ਕਰਾਵਾਂ। Thank you so much for watching us। ਸਤਿ ਸ਼੍ਰੀ ਅਕਾਲ। Thank you।